ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜਾ ਸਾਇੰਸ ਦੇ ਲੈਕਚਰ ਚੱਲੀ ਜਾਂਦੇ ਆ ਤੇ ਬਹੁਤ ਬੱਚੇ, ਮੈਂ ਇੱਕ ਦੋ ਜਿਹੜੇ ਡਾਊਟ ਹੈਗੇ ਉਹ ਕਲੀਅਰ ਕਰਾ ਦੇਣਾ ਚਾਹੁੰਦਾ ਪਹਿਲਾਂ ਤੁਹਾਡੇ। ਸਭ ਤੋਂ ਮੈਂ ਹਰ ਇੱਕ ਲੈਕਚਰ 'ਚ ਹੀ ਕਹਿੰਦਾ ਵੈਸੇ ਤਾਂ ਕਿ ਪਹਿਲਾਂ ਤਾਂ ਇਹੀ ਹੈ ਕਿ ਪੰਜਾਬੀ ਦੇ ਵਿੱਚ ਕਰਾਓ। ਹੁਣ ਦੇਖੋ, ਮੈਂ ਪੰਜਾਬੀ ਦੇ ਵਿੱਚ ਹੀ ਬੋਲ ਰਿਹਾ, ਤਾਂ ਉਹਨਾਂ ਬੱਚਿਆਂ ਨੂੰ ਇਹ ਹੁੰਦਾ ਕਿ ਜਿਹੜੇ ਐਟਮ ਦੇ ਇਹਨਾਂ ਬਾਰੇ ਦੱਸਣਾ, ਪਰਮਾਣੂ ਹੈ ਇਹ, ਠੀਕ ਹੈ। ਇਹਨਾਂ ਵਿੱਚ ਜਿੰਨਾ ਜ਼ਿਆਦਾ ਫਿਰ ਤੁਸੀਂ ਜੇ ਮਿਕਸ ਲੈਂਗੁਏਜ ਵਿੱਚ ਕਰੋਗੇ ਕਨਫਿਊਜ਼ ਹੋਣ ਲੱਗ ਜਾਓਗੇ ਕਿ ਜੇ ਮੈਂ ਐਟਮ ਦਾ ਕਹੂੰਗਾ ਫਿਰ ਪਰਮਾਣੂ ਦੱਸੂਗਾ, ਫਿਰ ਇੰਗਲਿਸ਼ ਵਾਲੇ ਵਿੱਚ ਕਨਫਿਊਜ਼ ਹੋਈ ਜਾਣਗੇ। ਤੇ ਇਹ ਨਹੀਂ ਕਿ ਕਿਸੇ ਬੱਚੇ ਨੇ ਸਪੈਸ਼ਲੀ ਇੰਗਲਿਸ਼ ਕੀਤੀ ਹੈ ਜਾਂ ਉਹਨੂੰ ਸਮਝ ਆਊਗੀ, ਜਾਂ ਜਿਹਨੇ ਪੰਜਾਬੀ ਕੀਤੀ ਉਹਨੂੰ ਸਮਝ ਨਹੀਂ ਆਣੀ। ਮੈਂ ਕੋਸ਼ਿਸ਼ ਕਰਦਾ ਕਿ ਇੰਨੇ ਜ਼ਿਆਦਾ ਸੌਖੇ ਵੇ ਦੇ ਨਾਲ ਤੁਹਾਨੂੰ ਕਰਾਵਾਂ, ਤਾਂ ਹੀ ਤਾਂ ਦੇਖੋ, ਨਹੀਂ ਤਾਂ ਮੈਂ ਇੱਕ ਵੀਡੀਓ ਦੇ ਵਿੱਚ ਵੀ ਸਾਰਾ ਜਿਹੜਾ ਚੈਪਟਰ ਕੰਪਲੀਟ ਕਰਾ ਸਕਦਾ ਸੀ। ਮੈਂ ਕਹਿ ਦਿੰਦਾ ਫਿਰ ਵੀ ਹਾਂਜੀ ਆਪਣਾ ਦਾ ਚੈਪਟਰ ਕੰਪਲੀਟ ਹੋ ਗਿਆ। ਤਾਂ ਮੈਂ ਇਹ ਕੰਮ ਤਾਂ ਨਹੀਂ ਕੀਤਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ, ਜਿਵੇਂ ਮੋਹਿਤ ਸਰ ਹੈ ਕਿ ਉਹ ਬੇਸਿਕ ਤੋਂ ਲੈ ਕੇ ਮੈਥ ਤੇ ਹਾਈ ਲੈਵਲ ਤੱਕ ਲੈ ਕੇ ਜਾਣਗੇ, ਠੀਕ ਹੈ। ਉਵੇਂ ਹੀ ਆਪਾਂ ਕਰਾਂਗੇ ਸਾਇੰਸ ਨੂੰ। ਇਹ ਸੋਚੋ ਕਿ ਜਿਹੜੀ ਕੈਮਿਸਟਰੀ ਤੁਸੀਂ ਸਭ ਤੋਂ ਜ਼ਿਆਦਾ ਔਖੀ ਮੰਨਦੇ ਆ, ਉਹ ਮੈਂ ਸਿੰਪਲ ਵੇ ਨਾਲ ਕਰਾ ਰਿਹਾ, ਤੇ ਦੂਸਰੇ ਦਾ ਆਪਾਂ ਬਹੁਤ ਜਲਦੀ ਖਤਮ ਕਰ ਲੈਣੇ ਚੈਪਟਰ। ਇਹਨਾਂ ਦੇ ਤਾਂ ਹੀ ਟਾਈਮ ਲੱਗ ਰਿਹਾ ਕਿਉਂਕਿ ਇਹ ਥੋੜੇ ਜਿਹੇ ਲੈਂਥੀ ਤੇ ਡੀਪ ਕਨਸੈਪਟ ਹੁੰਦੇ ਆ, ਜਿਨ੍ਹਾਂ ਨੂੰ ਕੋਸ਼ਿਸ਼ ਕਰੂੰਗਾ ਮੈਂ ਕਿ ਇਸ ਤੋਂ ਵੀ ਜਿੰਨੇ ਵੀ ਲਾਸਟ ਲੈਕਚਰ ਦੇ ਵਿੱਚ 4 ਲੈਕਚਰ ਦੇ ਵਿੱਚ ਕੀਤਾ, ਉਦੋਂ ਵੀ ਸੌਖੇ ਤਰੀਕੇ ਨਾਲ ਸਮਝਾਵਾਂ। ਹੁਣ ਸ਼ੁਰੂ ਕਰਦੇ ਹਾਂ। ਤਾਂ ਇੱਕ ਚੀਜ਼ ਅੱਜ ਦੇ ਲੈਕਚਰ ਦੇ ਵਿੱਚ ਇਹ ਵੀ ਧਿਆਨ ਰੱਖਿਓ ਕਿ ਕੋਈ ਵੀ ਬੱਚਾ ਸਕਿਪ ਨਾ ਕਰੇ, ਠੀਕ ਹੈ। ਤੁਹਾਨੂੰ ਪਤਾ ਕਿ ਕੋਈ ਮੈਂ ਵਿੱਚ ਐਡਵਰਟਾਈਜ਼ਮੈਂਟ ਨਹੀਂ ਕਰਦਾ, ਕੋਈ ਲਾਈਕ ਸ਼ੇਅਰ ਦਾ ਨਹੀਂ ਕਹਿੰਦਾ। ਸਕਿਪ ਨਾ ਕਰਿਓ ਕਿਉਂਕਿ ਅੱਜ ਇੰਨੀਆਂ ਜ਼ਿਆਦਾ ਇੰਪੋਰਟੈਂਟ ਇਹਦੇ ਵਿੱਚ ਗੱਲਾਂ ਦੱਸਣ ਲੱਗਿਆ ਮੈਂ, ਉਹ ਵੀ ਸੌਖੇ ਤਰੀਕੇ ਨਾਲ ਵਿਦ ਡਿਟੇਲਸ ਤੇ ਐਗਜ਼ਾਮਪਲਸ। ਕਿ ਇਹ ਲਾ ਜਿਹੜਾ ਐਟਮ ਤੇ ਮੋਲੀਕਿਊਲ ਵਾਲਾ ਚੈਪਟਰ ਹੈ, ਤੁਹਾਨੂੰ ਪੂਰਾ ਬੇਸਿਕ ਹੈ ਜਿਹੜਾ ਇਹਦਾ ਸਮਝ ਆ ਜਾਊਗਾ, ਜਿਹੜਾ ਹੁਣ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਾਉਂਗਾ, ਠੀਕ ਹੈ। ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ। ਲਓ, ਫਸਟ ਆਪਾਂ ਕੀ ਹੈ ਕਿ ਛੱਡਿਆ ਕਿੱਥੇ ਸੀ ਲਾਸਟ ਵਾਲਾ 4th ਲੈਕਚਰ। ਉਹ ਛੱਡਿਆ ਸੀ ਕਿ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੋਲੀਕਿਊਲ ਕੀ ਹੁੰਦੇ ਆ, ਠੀਕ ਹੈ। ਮੋਲੀਕਿਊਲ ਬਣਦੇ ਕਿਵੇਂ ਆ? ਜਦੋਂ ਇੱਕੋ ਤਰ੍ਹਾਂ ਦੇ ਦੋ ਐਟਮ ਰਲ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਮੋਲੀਕਿਊਲ ਆਫ ਐਲੀਮੈਂਟ। ਤੇ ਜੇ ਅਲੱਗ-ਅਲੱਗ ਤਰ੍ਹਾਂ ਦੇ ਦੋ ਐਟਮ ਰਲਦੇ ਆ ਤਾਂ ਉਹ ਇੱਕ ਮੋਲੀਕਿਊਲ ਬਣਾਉਂਦੇ ਆ, ਪਰ ਉਹ ਮੋਲੀਕਿਊਲ ਕਿਹੜਾ ਹੁੰਦਾ? ਉਹ ਮੋਲੀਕਿਊਲ ਹੁੰਦਾ ਮੋਲੀਕਿਊਲ ਆਫ ਕੰਪਾਊਂਡ। ਇਹ ਮੈਂ ਤਾਂ ਉੱਤੋਂ ਤੋਂ ਦੱਸ ਰਿਹਾ ਕਿਉਂਕਿ ਇਹ ਚੀਜ਼ਾਂ ਕਰਾ ਰਹੇ ਆ, ਕੀਤੀਆਂ ਹੋਈਆਂ ਲਾਸਟ 4 ਲੈਕਚਰ ਦੇ ਵਿੱਚ। ਤਾਂ ਹੁਣ ਆਪਣੇ ਕੋਲ ਕੀ ਹੈ? ਅੱਜ ਆਪਾਂ ਕੀ ਕਰਨਾ ਹੈ, ਜਿਹੜੇ ਮੈਂ ਲਾਸਟ ਤੁਹਾਨੂੰ ਮੋਲੀਕਿਊਲ ਆਫ ਐਲੀਮੈਂਟ ਦੇ ਟਾਈਪਸ ਦੱਸੀਆਂ ਸੀ, ਕਿਹੜੀਆਂ ਕਿਹੜੀਆਂ ਇਹਦੇ ਵਿੱਚ ਆਉਂਦੀਆਂ, ਠੀਕ ਹੈ। ਮੈਂ ਦੁਬਾਰਾ ਫਿਰ ਲਿਖਾ ਦਿੰਦਾ, ਕਹਿੰਦੇ ਹੋ ਤਾਂ। ਫਸਟ ਕਿਹੜੀ ਸੀਗੀ? ਫਸਟ ਆਪਣੇ ਕੋਲ ਹੈਗੀ ਸੀਗੀ ਮੋਨੋ ਐਟੋਮਿਕ ਮੋਲੀਕਿਊਲ। ਮੋਨੋ ਐਟੋਮਿਕ ਮੋਲੀਕਿਊਲ, ਠੀਕ ਹੈ। ਸੈਕਿੰਡ ਨੰਬਰ ਤੇ ਕਿਹੜੀ ਸੀ ਆਪਣੇ ਕੋਲ? ਡਾਇਆਟੋਮਿਕ। ਨਾਲ ਹੀ ਜੋੜ ਦਿਓ ਭਲਾਂ ਦੀ, ਡਾਇਆ ਐਟੋਮਿਕ। ਹੁਣ ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ? ਉਸ ਤੋਂ ਬਾਅਦ ਵੀ ਇੱਕ ਕੀਤੀ ਸੀ ਆਪਾਂ, ਟ੍ਰਾਈਐਟੋਮਿਕ। ਧਿਆਨ ਨਾਲ ਸਮਝ ਲਿਓ, ਬਸ ਜਿਹੜੇ ਬੱਚੇ ਨੋਟ ਕਰਦੇ ਆ ਬਾਅਦ ਚੋਂ ਕਰ ਲਿਓ, ਪਰ ਇਹ ਕਨਸੈਪਟ ਸਮਝ ਲਿਓ ਧਿਆਨ ਨਾਲ ਕਿ ਮੈਂ ਕਰਾਉਣ ਕੀ ਲੱਗਿਆ। ਨੈਕਸਟ ਕੀ ਹੈ? ਟੈਟਰਾ ਐਟੋਮਿਕ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੈ? ਇੱਕ ਹੋਰ ਕਰਾਈ ਸੀ, ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ, ਉਹ ਮੈਂ ਅੱਗੇ ਐਕਸਪਲੇਨੇਸ਼ਨ ਦਿੰਦਾ ਤੁਹਾਨੂੰ। ਆਈ ਥਿੰਕ ਉਹ ਹੈਗੀ ਸੀ ਆਪਣੀ ਪੋਲ ਐਟੋਮਿਕ, ਠੀਕ ਹੈ। ਇਹ ਹੈ ਇਹ। ਚਲੋ, ਪੋਲੀ ਐਟੋਮਿਕ, ਜਿਹਨੂੰ ਤੁਸੀਂ ਕਹਿ ਦਿੰਦੇ ਆ ਪੋਲੀ ਐਟੋਮਿਕ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਪਹਿਲਾਂ ਫਸਟ ਪਾਰਟ ਦੀ। ਅੱਜ ਆਪਾਂ ਗੱਲ ਕੀ ਕੀ ਕਰਾਂਗੇ ਇਹਦੇ ਵਿੱਚ? ਜੇ ਤਾਂ ਲੈਕਚਰ ਜ਼ਿਆਦਾ ਲੈਂਥੀ ਨਾ ਹੁੰਦਾ ਦਿਖਿਆ ਮੈਨੂੰ, ਤਾਂ ਆਪਾਂ ਇਹਦੇ ਵਿੱਚ ਮੋਲੀਕਿਊਲ ਐਲੀਮੈਂਟ ਦੇ ਆਪਾਂ ਹੁਣ ਪੜ੍ਹ ਲੈਣੇ ਆ। ਮੋਲੀਕਿਊਲ ਦਾ ਜਿਹੜਾ ਮਾਸ ਵੀ ਕਰਨਾ ਆਪਾਂ ਫਿਰ, ਠੀਕ ਹੈ। ਜਿਵੇਂ ਐਟੋਮਿਕ ਮਾਸ ਕੀਤਾ ਸੀ ਨਾ, ਤੁਹਾਨੂੰ ਮੈਂ ਦੱਸਿਆ ਸੀ ਕਿ ਰਿਲੇਟਿਵ ਮਾਸ ਨੂੰ ਕਿਵੇਂ ਫਾਈਂਡ ਕਰਨਾ ਹੈ, ਤਾਂ ਉਵੇਂ ਹੀ ਮੋਲੀਕਿਊਲਰ ਮਾਸ ਉਹ ਬਿਲਕੁਲ ਹੀ ਸਿੰਪਲ ਹੈ, ਜਮਾਂ ਹੀ ਸੌਖਾ ਉਹ, ਠੀਕ ਹੈ। ਮੋਲੀਕਿਊਲ ਮਾਸ ਤੋਂ ਬਾਅਦ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸੂਗਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਚੀਜ਼ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਣੀ, ਠੀਕ ਹੈ। ਜਿਹੜੀ ਚੀਜ਼ ਅੱਜ ਮੈਂ ਤੁਹਾਨੂੰ ਕਨਸੈਪਟ ਬਾਰੇ ਦੱਸੂਗਾ, ਉਹ ਨਾ ਤਾਂ ਬੁੱਕ ਦੇ ਵਿੱਚ ਦਿੱਤੀ ਹੋਈ ਹੈ, ਇਹ ਵੀ ਮੈਂ ਗਰੰਟੀ ਕਰਦਾ। ਉਹ ਬੁੱਕ ਦੇ ਵਿੱਚ ਤੁਹਾਨੂੰ ਡਿਟੇਲ ਨਹੀਂ ਦਿੱਤੀ, ਉਹ ਇੱਕ ਐਕਸਟਰਾ ਡਿਟੇਲ ਹੈ ਜਿਹੜੀ ਤੁਹਾਡੇ ਕੰਮ ਆਊਗੀ। ਕਿਉਂ? ਜਿਹੜੀ ਚੀਜ਼ ਮੈਂ ਦੱਸੂਗਾ ਉਹਨੂੰ ਯਾਦ ਰੱਖਣ ਵਾਸਤੇ। ਚਲੋ ਆਪਾਂ ਹੁਣ ਚੱਲਦੇ ਹਾਂ ਫਸਟ ਤੇ। ਫਸਟ ਆਪਣੇ ਕੋਲ ਕੀ ਹੈਗਾ ਸੀਗਾ? ਮੋਨੋ ਐਟੋਮਿਕ ਮੋਲੀਕਿਊਲ। ਮੋਨੋ ਐਟੋਮਿਕ, ਠੀਕ ਹੈ, ਮੋਲੀਕਿਊਲਸ। ਇਹ ਸੌਖੀ ਹੈ, ਨਾਮ ਹੀ ਤੁਹਾਨੂੰ ਲੱਗਦੇ ਆ ਕਿ ਕੀ ਚੀਜ਼ਾਂ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ। ਜਾਂ ਪੰਜਾਬੀ ਵਾਲੇ ਬੱਚੇ ਕਨਫਿਊਜ਼ ਹੋ ਜਾਂਦੇ ਰਹਿੰਦੇ ਆ ਕਿ ਸਰ ਇਹ ਤਾਂ ਸਾਨੂੰ ਸਮਝ ਨਹੀਂ ਆ ਰਿਹਾ। ਸਿੰਪਲ ਕਨਸੈਪਟ ਹੈ ਜਮਾ। ਹੁਣ ਇਹਨਾਂ ਨੂੰ ਤੋੜ ਲਓ ਤੁਸੀਂ। ਮੋਨੋ ਦਾ ਮਤਲਬ ਕੀ ਹੈ? ਇੱਕ ਸਿੰਗਲ ਚੀਜ਼ ਕੋਈ ਵੀ, ਠੀਕ ਹੈ। ਐਟੋਮਿਕ ਦਾ ਮਤਲਬ ਕੀ ਹੈ? ਐਟਮ ਦੀ। ਮੋਲੀਕਿਊਲ ਤਾਂ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਜਿਹੜੇ ਇੱਕੋ ਜਿਹੇ ਤਰ੍ਹਾਂ ਦੇ ਐਟਮ ਨਾਲ ਬਣ ਕੇ ਮਿਲਦੇ ਆ ਉਹਨਾਂ ਨੂੰ ਕੀ ਹੈ? ਮੋਲੀਕਿਊਲ ਕਹਿੰਦੇ ਆ। ਲਓ, ਆਹ ਟੁੱਟ ਕੇ ਤੇ ਆਪਣਾ
ਕਨਵਰਜ਼ਨ ਹੋ ਗਿਆ ਇਹਨਾਂ ਦਾ। ਠੀਕ ਹੈ, ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਸਭ ਤੋਂ ਪਹਿਲੀ ਤਾਂ ਸੌਖੀ ਪਰਿਭਾਸ਼ਾ ਇਹਦੇ ਵਿੱਚ ਇਹ ਹੈ ਕਿ ਜਿਹੜੇ ਇਹ ਵਾਲੇ ਹੁੰਦੇ ਆ, ਠੀਕ ਹੈ, ਮੋਨੋਐਟੋਮਿਕ ਹੁੰਦੇ ਆ, ਇਹ ਸਿੰਗਲ ਐਟਮ ਦੇ ਬਣੇ ਹੁੰਦੇ ਆ, ਸਿੰਗਲ ਐਟਮ ਦੇ। ਇਹ ਜ਼ਰੂਰੀ ਨਹੀਂ ਕਿ ਦੋ ਐਟਮ ਰਲ ਕੇ ਕੋਈ ਚੀਜ਼ ਬਣੇ ਤਾਂ ਉਹਨੂੰ ਹੀ ਮੋਲੀਕਿਊਲ ਕਵਾਂਗੇ। ਸਿੰਗਲ ਐਟਮ ਦੇ ਬਣੇ ਹੁੰਦੇ ਆ, ਇਹ ਵੀ ਮੋਲੀਕਿਊਲ ਚਾਹਣਗੇ, ਪਰ ਇਹ ਕਿਹੜੀ ਕੈਟਾਗਰੀ ਚਾਹਣਗੇ, ਮੋਨੋ ਐਟੋਮਿਕ ਚ। ਠੀਕ ਹੈ, ਮੋਨੋ ਐਟੋਮਿਕ ਚਾਹਣਗੇ। ਇਹਦੀ ਐਗਜ਼ਾਮਪਲ ਵੀ ਲੈ ਲਓ ਇੱਕ ਦੋ। ਇਹਦੇ ਵਿੱਚ ਆਣਗੀਆਂ ਆਪਣੀਆਂ ਨੋਬਲ ਗੈਸਿਸ। ਨੋਬਲ ਗੈਸਿਸ ਆਣਗੀਆਂ ਕਿਉਂ? ਕਿਉਂਕਿ ਉਹ ਕੀ ਹੈ, ਘੱਟ ਰਿਐਕਟਿਵ ਹੁੰਦੀਆਂ, ਤਾਂ ਕਰਕੇ ਇਕੱਲੇ ਇਕੱਲੇ ਵੀ ਕੰਮ ਕਰ ਲੈਂਦੀਆਂ। ਹੁਣ ਇਹਦੀ ਐਗਜ਼ਾਮਪਲ ਆਪਣੀ ਲੈ ਲਓ ਕਿ ਘੱਟ ਰਿਐਕਟਿਵ ਦਾ ਮਤਲਬ ਕੀ, ਉਹ ਛੇਤੀ ਕਿਸੇ ਨਾਲ ਖੈਬੜਦੀਆਂ ਨਹੀਂ ਆ। ਠੀਕ ਹੈ, ਮਤਲਬ ਕਿਸੇ ਨਾਲ ਗੁੱਸਾ ਨਹੀਂ ਕਰਦੀਆਂ ਛੇਤੀ। ਉਹਨਾਂ ਨੇ ਕੀ ਹੈ, ਇਕੱਲੇ ਵੀ ਮੌਜਾਂ ਨਾਲ ਕੰਮ ਕਰੀ ਜਾਣਾ। ਕਿਹੜੀਆਂ ਕਿਹੜੀਆਂ ਆਣਗੀਆਂ ਆਪਣੇ ਕੋਲੇ, ਹੀਲੀਅਮ ਹੋ ਗਈ, HENE ਹੋ ਗਈ ਇੱਕ। ਠੀਕ ਹੈ, ਉਸ ਤੋਂ ਬਾਅਦ ਬਸ ਇੱਕ ਵਾਰੀ ਦੋ ਹੀ ਯਾਦ ਰੱਖ ਲਓ। ਇਹਨਾਂ ਦੇ ਵਿੱਚ ਵੇਖੋ NHE2 ਲੱਗਿਆ, ਕੋਈ ਨਹੀਂ ਲੱਗਿਆ, ਕਿਉਂਕਿ ਇਹ ਇਕੱਲਾ ਸਿੰਗਲ ਹੀ ਹੈ। ਜੇ ਕੁਝ ਵੀ ਨਹੀਂ ਲੱਗਿਆ ਤਾਂ 1 ਹੈ, ਮਤਲਬ ਇਹ ਇੱਕ ਹੀ ਐਟਮ ਨਾਲ ਰਲ ਕੇ ਇੱਕ ਮੋਲੀਕਿਊਲ ਬਣੀ ਜਾਂਦਾ, ਜਿਹਨੂੰ ਕੀ ਕਹਿੰਦੇ ਆ, ਮੋਨੋ ਐਟੋਮਿਕ। ਕਲੀਅਰ ਹੋ ਗਿਆ ਕਿ ਮੋਨੋ ਐਟੋਮਿਕ ਕੀ ਹੁੰਦਾ, ਜਿਹੜਾ ਐਲੀਮੈਂਟ ਜਾਂ ਮੋਲੀਕਿਊਲ ਇੱਕੋ ਹੀ ਐਟਮ ਦਾ ਬਣਿਆ ਹੋਵੇ। ਉਹਦੇ ਵਿੱਚ ਆਉਂਦੀਆਂ ਆਪਣੀਆਂ ਨੋਬਲ ਗੈਸਿਸ HE ਤੇ NE। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ। ਚਲੋ ਤੁਹਾਨੂੰ MCQ ਕਰਾਉਂਗਾ, ਸਾਰੀਆਂ ਚੀਜ਼ਾਂ ਕਨਸੈਪਟ ਕਲੀਅਰ ਕਰਵਾ ਦੂੰਗਾ। ਬਸ ਤੁਸੀਂ ਇੱਕ ਨਾ ਦਿਮਾਗ 'ਚ ਲੈ ਕੇ, ਕਾਫੀ ਬੱਚੇ ਬੈਠੇ ਰਹਿੰਦੇ ਆ ਕਿ MCQ ਕਰਾਂਗੇ ਤਾਂ ਤਿਆਰੀ ਹੋਊਗੀ। ਨਹੀਂ, ਜੇ ਤੁਸੀਂ ਥਿਊਰੀ ਹੀ ਨਹੀਂ ਸਮਝੀ, ਭਲਾ ਦੀ ਮੈਂ ਸਮਝਾਵਾਂ 2 ਮਿੰਟ ਦੀ, ਠੀਕ ਹੈ, ਪਰ ਥਿਊਰੀ ਜਦੋਂ ਇੱਕ ਵਾਰੀ ਬੇਸਿਕ ਦਿਮਾਗ 'ਚ ਬੈਠ ਗਿਆ ਨਾ, ਫਿਰ ਆਨਸਰ MCQ ਦੇ ਆਟੋਮੈਟਿਕ ਹਿੱਟ ਹੋਣ ਲੱਗਦੇ ਆ। MCQ ਮੈਂ ਕਰਾ ਦੂੰਗਾ ਵਾਧੂ। ਚਲੋ ਸੈਕਿੰਡ ਪਾਰਟ ਕੀ ਸੀ, ਮੋਨੋਐਟੋਮਿਕ ਤੋਂ ਬਾਅਦ ਆਪਣਾ ਕੀ ਸੀ, ਡਾਇਐਟੋਮਿਕ। ਡਾਇਐਟੋਮਿਕ ਮੋਲੀਕਿਊਲ। ਠੀਕ ਹੈ, ਹੁਣ ਉਹਦੇ ਵਿੱਚ ਕਿੰਨੇ ਐਟਮ ਰਲ ਕੇ ਇੱਕ ਮੋਲੀਕਿਊਲ ਬਣਾਉਂਦੇ ਸੀ, ਇੱਕ ਹੀ ਹੁੰਦਾ ਸੀ। ਤੇ ਇਹਦੇ ਡਾਇਲ ਵਿੱਚ ਕੀ ਆਪਣੇ ਕੋਲੇ, ਇਹਦੇ ਵਿੱਚ ਰਲਣਗੇ 2 ਐਟਮ। ਠੀਕ ਹੈ, ਇਹਦੇ ਵਿੱਚ ਰਲਣਗੇ ਕਿੰਨੇ ਐਟਮ, 2 ਐਟਮ ਰਲਣਗੇ, 2 ਐਟਮ। ਹੁਣ ਇਹਦੇ ਵਿੱਚ ਕੀ ਹੈ, ਸਭ ਤੋਂ ਸੌਖੀ ਆਪਣੀ ਧਾਰਨ ਕੀ ਹੈ, ਹਾਈਡਰੋਜਨ। ਠੀਕ ਹੈ, ਸਭ ਤੋਂ ਸੌਖੀ ਆਪਣੇ ਕੋਲ ਧਾਰਨ ਕੀ ਹੈ, ਹਾਈਡਰੋਜਨ। ਇਹਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ, H2 ਨਾਲ। 2 ਦਾ ਮਤਲਬ ਕੀ ਹੈ, ਇਹਦੇ ਵਿੱਚ ਕੀ ਹੈ, 2 ਐਟਮ ਹੈ। ਇਹਨੂੰ ਜੇ ਤੁਹਾਨੂੰ ਪੁੱਛ ਲੇ, ਚਲੋ MCQ ਵੀ ਮੈਂ ਤੁਹਾਨੂੰ ਹੁਣੇ ਹੀ ਇਹਦਾ ਕਰਾ ਦਿੰਦਾ ਨਾਲ ਦੀ ਨਾਲ। MCQ ਆਪਣੇ ਕੋਲ ਆ ਗਿਆ ਕਿ ਹੇਠ ਦਿੱਤਿਆਂ ਵਿੱਚੋਂ, ਠੀਕ ਹੈ, ਹੇਠ ਦਿੱਤਿਆਂ ਵਿੱਚੋਂ ਡਾਇਆਟੋਮਿਕ ਮੋਲੀਕਿਊਲ ਦੀ ਪਹਿਚਾਣ ਕਰੋ। ਠੀਕ ਹੈ, ਇਹ ਤਾਂ ਹੁਣ ਤੁਹਾਨੂੰ ਸੌਖਾ ਲੱਗੂਗਾ। ਇੰਨਾ ਜ਼ਿਆਦਾ ਜੇ ਮੈਂ ਪਹਿਲਾਂ ਪੁੱਛ ਲੈਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਇਹਦੇ ਵਿੱਚੋਂ ਆਪਾਂ ਕੀ ਲੱਭਣਾ, ਆਪਸ਼ਨਾਂ ਦੇ ਵਿੱਚੋਂ ਡਾਇਆਟੋਮਿਕ ਮੋਲੀਕਿਊਲ। ਹੋਰ ਉਹਨਾਂ ਨੇ ਕੁਝ ਨਹੀਂ ਕਿਹਾ। ਹੁਣ ਜਿਹੜੇ ਬੱਚੇ ਨੇ ਤਾਂ ਕਨਸੈਪਟ ਨਹੀਂ ਕੀਤਾ, ਦੇਖੋ ਮੈਂ ਕਿਹਾ ਸੀ ਨਾ ਕਿ ਥਿਊਰੀ ਨਹੀਂ ਪਤਾ ਹੋਊਗੀ ਤਾਂ ਆਨਸਰ ਨਹੀਂ ਆਣਗੇ। ਹੁਣ ਜਿਹੜੇ ਬੱਚੇ ਨੇ ਕਨਸੈਪਟ ਨਹੀਂ ਕੀਤਾ, ਪੇਪਰ ਦੇ ਵਿੱਚ ਐ ਤੇ ਐਂ ਆਪਣਾ ਕੁਐਸਚਨ ਆ ਗਿਆ, ਫਿਰ ਤੁਸੀਂ ਕਹੋਗੇ ਸਰ ਕੈਮਿਸਟਰੀ ਜੋ ਪਾਤਾ ਉਹ ਤਾਂ ਔਖਾ ਹੀ ਬਹੁਤ ਸੀਗਾ, ਸਾਨੂੰ ਤਾਂ ਸਮਝ ਹੀ ਨਹੀਂ ਆਇਆ ਕੀ ਚੱਲੀ ਜਾਂਦਾ ਸੀ। ਤਾਂ ਹੁਣ ਮੈਂ ਆਪਸ਼ਨਾਂ ਦਊਂਗਾ, ਤੁਸੀਂ ਅੱਧਾ ਸਕਿੰਟ ਨਹੀਂ ਲਾਣਾ ਆਪਸ਼ਨ ਤੇ ਟਿਕ ਕਰਨ ਲੱਗਿਆ। ਦੇਖੋ ਆਪਸ਼ਨ ਆਪਣੇ ਕੋਲ ਕੀ ਹੈਗੀਆਂ, CO। ਉਸ ਤੋਂ ਬਾਅਦ ਆਪਣੇ ਕੋਲ ਕੀ ਹੈਗੀ ਹੈ, NO3। ਉਸ ਤੋਂ ਬਾਅਦ ਆਪਣੇ ਕੋਲ ਕੀ ਹੈਗੀ ਹੈ, Al3। 4th ਨੰਬਰ ਤੇ ਆਪਣੇ ਕੋਲ ਕੀ ਹੈ, O2। ਤਾਂ ਹੁਣ ਦੱਸੋ ਮੈਨੂੰ ਇਹਦੇ ਵਿੱਚੋਂ ਕੀ ਹੈ, ਡਾਇਆਟੋਮਿਕ ਮੋਲੀਕਿਊਲ ਕਿਹੜਾ? ਤਾਂ ਹੁਣ ਤੁਸੀਂ ਬਹੁਤ ਬੱਚਿਆਂ ਨੇ ਜਿਹੜੇ ਤਾਂ ਨਾਲ ਦੇਖ ਰਹੇ ਆ ਪ੍ਰੀਮੀਅਰ, ਉਹਨਾਂ ਨੇ ਤਾਂ ਆਨਸਰ ਕਰਤਾ ਹੋਣਾ। ਤਾਂ ਬਾਅਦ ਵਾਲੇ ਵੀ ਭਲਾਂ ਦੀ ਪੌਜ਼ ਕਰਕੇ ਵੀਡੀਓ ਆਨਸਰ ਕਰਿਓ। ਕਿਉਂ? ਕਿਉਂਕਿ ਦੇਖੋ ਡਾਇਆਟੋਮਿਕ ਦਾ ਮਤਲਬ ਕੀ ਸੀਗਾ ਆਪਣੇ ਕੋਲੇ, ਕਿ ਜਿਹਦੇ ਚ 2 ਐਟਮ ਨੂੰ ਮਿਲਾ ਕੇ ਮੋਲੀਕਿਊਲ ਬਣਾਇਆ ਜਾਂਦਾ ਹੈ, ਉਹਨੂੰ ਕੀ ਕਹਿੰਦੇ ਆ, ਡਾਇਆਟੋਮਿਕ ਮੋਲੀਕਿਊਲ। ਇਹਦੇ ਵਿੱਚ ਦੇਖੋ 2 ਐਟਮ ਕਿੰਨੇ ਚ ਹੈ, ਇਹਦੇ ਚ 1 ਹੈ, ਇਹ ਵੀ ਗਲਤ ਹੈ। ਇਹਦੇ 3 ਹੈ, ਇਹ ਵੀ ਗਲਤ ਹੈ। ਇਹਦੇ ਚ ਵੀ 3 ਹੈ, ਇਹ ਵੀ ਗਲਤ ਹੈ। ਇਹਦੇ ਚ ਕੀ ਆ ਗਿਆ, O2। ਤੇ ਜਿਹੜੇ ਬੱਚੇ ਨੂੰ ਕਨਸੈਪਟ ਹੀ ਨਹੀਂ ਪਤਾ ਕਿ ਡਾਇਆਟੋਮਿਕ ਹੁੰਦਾ ਕੀ ਹੈ, ਉਹਨਾਂ ਨੇ ਕੀ ਕਰਨਾ ਸੀ, ਆ ਕਿਹੜੇ ਪੁਆਇੰਟ, ਆ ਕੀ ਲਿਖਿਆ, ਕਿਹੜਾ ਫਾਰਮੂਲਾ ਕੀ ਹੈ, ਆ ਮੈਥ ਕਿੱਥੋਂ ਆ ਗਿਆ, ਇਹ ਚੀਜ਼ਾਂ 'ਚ ਕਨਫਿਊਜ਼ ਹੋ ਕੇ ਉਹਨਾਂ ਨੇ ਇਹ ਕੁਐਸਚਨ ਗਲਤ ਕਰ ਦੇਣਾ ਸੀਗਾ। ਤਾਂ ਹੀ ਮੈਂ ਕਹਿੰਦਾ ਲੈਕਚਰ ਨੂੰ ਛੱਡ ਕੇ ਨਾ ਜਾਇਆ ਕਰੋ। ਮੈਨੂੰ ਕੋਈ ਉਹ ਹੈ ਨਹੀਂ ਕਿ ਵਿਊਜ਼ ਹੈ ਜਾਂ ਕੁਝ ਵੀ ਹੈ, ਪਰ ਮੈਂ ਇੱਕ ਚੀਜ਼ ਜ਼ਰੂਰ ਦੱਸਦਾ ਕਿ ਫਸਟ ਵੀਡੀਓ ਤੇ ਆਪਣੇ 1500 ਵਿਊਜ਼ ਸੀਗੇ, ਦੂਸਰੀ ਵੀਡੀਓ ਤੇ ਆਪਣੇ ਚੱਲੀ ਜਾਂਦੇ ਆ ਮੈਨੂੰ ਲੱਗਦਾ ਸਮਥਿੰਗ 800-900 ਦੇ ਅਪਰੋਕਸ, ਤੀਸਰੀ ਵੀਡੀਓ ਦੇ ਵਿੱਚ ਚੱਲੀ ਜਾਂਦੇ ਆ 500-600 ਦੇ ਅਪਰੋਕਸ, ਤੇ ਜਿਹੜੀ ਕੱਲ ਆਈ ਸੀ ਚੌਥੀ ਵੀਡੀਓ ਉਹਦੇ ਤਾਂ ਚੱਲੀ ਵਿਚਾਰੀ ਦੇ 300-400 ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਕੰਟੈਂਟ ਨਹੀਂ ਵਧੀਆ, ਠੀਕ ਹੈ। ਮੈਂ ਕੋਸ਼ਿਸ਼ ਕਰਦਾ ਕਿ 100% ਦੇਵਾਂ ਆਪਣਾ, ਜਿਵੇਂ ਹੁਣ ਤੁਹਾਨੂੰ ਇੱਕ ਇੱਕ ਚੀਜ਼ ਇੱਕ ਇੱਕ ਅੱਖਰ ਦੱਸ ਰਿਹਾ, MCQ ਵੀ ਕਰਾ ਰਿਹਾ। ਇਹਦਾ ਮਤਲਬ ਇਹ ਚੱਲੀ ਜਾਂਦਾ ਰੇਸ਼ੋ ਤੋਂ, ਇਸ ਰੇਸ਼ੋ ਤੋਂ ਇਹ ਪਤਾ ਲੱਗਦਾ ਕਿ ਬੱਚੇ ਕੀ ਹੈ ਸਾਇੰਸ ਤੋਂ ਐਵੇਂ ਹੀ ਖੋਫ ਖਾਈ ਜਾਂਦੇ ਆ ਬੇਫਾਲਤੂ ਦਾ, ਠੀਕ ਹੈ। ਜੇ 1500 ਨੇ ਵੇਖੀ ਸੀ ਮਤਲਬ ਤੁਹਾਨੂੰ ਵਧੀਆ ਲੱਗੀ ਸੀ ਤਾਂ ਹੀ ਵੇਖੀ ਸੀ। ਫਿਰ ਉਹੀ ਬੱਚੇ 800 ਰਹਿ ਗਏ, ਫਿਰ ਉਹੀ 500 ਤੇ ਹੁਣ ਕੱਲ ਵਾਲੀ 300-400 ਦੇ ਅਪਰੋਕਸ ਚੱਲੀ ਜਾਂਦੀ ਹੈ। ਅੱਜ ਵਾਲੀ ਮੈਨੂੰ ਲੱਗਦਾ ਕਿ ਜੇ ਇਹੀ ਰੇਸ਼ੋ ਚੱਲਦੀ ਰਹੀ ਤਾਂ 100-150 ਦੇ ਪਹੁੰਚ ਜਾਣੀ ਹੈ। ਇੱਕ ਚੀਜ਼ ਉਹਨਾਂ ਦੇ ਦਿਮਾਗ 'ਚ ਬੈਠੀ ਹੈ ਕਿ ਸਭ ਸਾਇੰਸ ਔਖੀ ਹੈ,
ਤੇ ਜਦੋਂ ਸਾਰਾ ਐਮਸੀਕਿਊ ਕਰਾਣਗੇ ਉਦੋਂ ਅਸੀਂ ਕਰਾਂਗੇ। ਮੈਂ ਤੁਹਾਨੂੰ ਐਮਸੀਕਿਊ ਵਾਲੀ ਵੀਡੀਓ ਦਿਖਾਉਂਗਾ, ਵੇਖੋ ਕਿੰਨੀ ਜਲਦੀ। ਕਿਉਂ? ਕਿਉਂਕਿ ਉਹਨਾਂ ਨੂੰ ਬੱਚਿਆਂ ਦੇ ਇੱਕ ਹੀ ਚੀਜ਼ ਦਿਮਾਗ 'ਚ ਬੈਠੀ ਕਿ ਐਮਸੀਕਿਊ ਹੈ, ਰੱਟ ਲਓ। ਰੱਟਣ ਦਾ ਕੋਈ ਫਾਇਦਾ ਨਹੀਂ। ਜੇ ਸਮਝ ਕੇ ਕਰੋਗੇ ਤਾਂ ਬਹੁਤ ਵਧੀਆ ਰਹੋਗੇ। ਚਲੋ ਹੁਣ ਚੱਲਦੇ ਆਪਾਂ ਅੱਗੇ ਨੰਬਰ 3 ਤੇ। ਆਪਾਂ ਕਰ ਲਿਆ ਮੋਨੋਟੋਮਿਕ, ਜਿੰਦੇ 'ਚ ਇੱਕ ਐਟਮ ਹੁੰਦਾ, ਡਾਇਆਟੋਮਿਕ ਜਿੰਦੇ 'ਚ ਦੋ ਹੁੰਦੇ ਆ। ਚਲੋ ਹੁਣ ਚੱਲਦੇ ਆਪਾਂ ਤੀਸਰੇ ਵਾਲੇ ਤੇ। ਬਿਲਕੁਲ ਸੌਖਾ ਹੈ, ਬਿਲਕੁਲ ਸੌਖੇ ਕਨਸੈਪਟ ਹੈ, ਕੁਝ ਵੀ ਔਖਾ ਨਹੀਂ ਹੈਗਾ। ਥਰਡ ਕੀ ਹੈ? ਟ੍ਰਾਇਆਟੋਮਿਕ। ਫਿਰ ਪਤਾ ਕੀ ਹੈ ਕਿ ਸਾਨੂੰ ਸਮਝ ਹੀ ਨਹੀਂ ਆ ਰਹੀ ਵਿੱਚੋਂ। ਜੇ 10 ਮਿੰਟ ਸਾਇੰਸ ਤੇ ਮੈਥ ਇਹੋ ਜਿਹੇ ਕਨਸੈਪਟ ਹੁੰਦੇ ਆ ਇਹਨਾਂ ਵਿੱਚ, ਜੇ 5 ਮਿੰਟ ਕੀ 2 ਮਿੰਟ ਵੀ ਤੁਸੀਂ ਇੱਧਰ ਉੱਧਰ ਦੇਖ ਲਿਆ, ਤੁਸੀਂ ਕਹੋਗੇ ਆ ਹੋ ਕੀ ਗਿਆ। ਠੀਕ ਹੈ, ਤਾਂ ਸ਼ੁਰੂ ਤੋਂ ਵੇਖਣ ਲੱਗੇ ਹੋ ਤਾਂ ਐਂਡ ਤੱਕ ਵੇਖੋ। ਸਕਿਪ ਕਰੋਗੇ ਤਾਂ ਜ਼ਰੂਰ ਮਿਸਟੇਕ ਹੋਣਗੀਆਂ ਤੁਹਾਡੀਆਂ। ਹੁਣ ਕੀ ਹੈ, ਅੱਜ ਮੈਂ ਤਾਂ ਇੰਨਾ ਜ਼ਿਆਦਾ ਦੱਸ ਰਿਹਾ ਤੁਹਾਨੂੰ ਕਿਉਂਕਿ ਇਹੀ ਚੀਜ਼ ਰੇਸ਼ੋ ਹੀ ਦੇਖ ਰਿਹਾ ਸੀ ਮੈਂ, ਕਿ ਪਹਿਲਾਂ ਕਹਿ ਰਹੇ ਸੀ ਕਿ ਸਰ ਕਲਾਸਿਸ ਲਗਾਓ, ਤੇ ਹੁਣ ਬੱਚੇ ਕੀ ਹੈ ਉਹਨੂੰ ਰਿਸਪੌਂਸ ਨਹੀਂ ਦੇ ਪਾ ਰਹੇ। ਉਹਦਾ ਰੀਜ਼ਨ ਨਹੀਂ ਮੈਨੂੰ ਸਮਝ ਆ ਰਿਹਾ। ਜਿਹੜਾ ਮੈਨੂੰ ਲੱਗ ਰਿਹਾ ਸੀ ਉਹ ਮੈਂ ਤੁਹਾਨੂੰ ਦੱਸਤਾ। ਹੁਣ ਦੇਖੋ, ਹੁਣ ਆਪਾਂ ਗੱਲਾਂ ਛੱਡ ਕੇ ਹੁਣ ਚੱਲਦੇ ਆਪਾਂ ਟ੍ਰਾਇਟੋਮਿਕ ਤੇ। ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਹੁੰਦੇ ਆ ਜਿੰਦੇ ਹੋਣ 3 ਐਟਮਸ। ਠੀਕ ਹੈ, ਜਿੰਦੇ ਵਿੱਚ ਹੁਣ 3 ਐਟਮ। 3 ਐਟਮ ਨੂੰ ਕੋਈ ਚੀਜ਼ ਮਿਲਾ ਕੇ ਬਣਦੀ ਹੈ, ਉਹ ਮੋਲੀਕਿਊਲ ਨੂੰ ਆਪਾਂ ਕਹਿੰਦੇ ਆ ਟ੍ਰਾਇਆਟੋਮਿਕ ਮੋਲੀਕਿਊਲ। ਜਿਵੇਂ ਪਿੱਛੇ ਐਗਜ਼ਾਮਪਲ ਦਿੱਤੀ ਸੀ ਨਾ, ਵੈਸੀ ਭਲਾਂ ਦੀ ਐਗਜ਼ਾਮਪਲ ਹੁਣ ਗਲਤ ਸਹੀ। ਜਿਵੇਂ Al3 ਹੈ, ਇਹ ਵੀ ਕਿਹੜੇ ਚ ਕਾਊਂਟ ਹੋਊਗਾ? ਆਪਣਾ ਟ੍ਰਾਇਆਟੋਮਿਕ ਦੇ ਵਿੱਚ। ਠੀਕ ਹੈ, ਜੇ ਇੱਥੇ ਡਾਇਆਟੋਮਿਕ ਦੀ ਥਾਂ ਲਿਖਿਆ ਹੁੰਦਾ ਟ੍ਰਾਇਆਟੋਮਿਕ ਦੀ ਪਛਾਣ ਕਰੋ, ਤਾਂ ਤੁਸੀਂ Al3 ਦਾ ਆਨਸਰ ਲਾ ਆਣਾ ਸੀਗਾ। ਹੁਣ ਚੱਲਦੇ ਆਪਾਂ ਅੱਗੇ। ਇਹਦੇ ਵਿੱਚ ਐਗਜ਼ਾਮਪਲ ਕੀ ਹੋਊਗੀ ਆਪਣੇ ਕੋਲੇ? ਓਜ਼ੋਨ। ਠੀਕ ਹੈ, ਇਹਨੂੰ ਕੀ ਆਪਾਂ ਰਿਪਰੈਜ਼ੈਂਟ ਕਰਾਂਗੇ? O3 ਦੇ ਨਾਲ। ਕਲੀਅਰ ਹੈ ਨਾ? ਇਹਨੂੰ ਕਾਹਦੇ ਨਾਲ ਰਿਪਰੈਜ਼ੈਂਟ ਕਰਾਂਗੇ? O3 ਦੇ ਨਾਲ। ਵੇਖੋ ਨਿੱਕੇ ਨਿੱਕੇ ਕਨਸੈਪਟ ਹੈ ਜਿਨ੍ਹਾਂ ਤੋਂ ਤੁਸੀਂ ਕਹਿ ਲਓ ਡਰਦੇ ਰਹਿੰਦੇ ਆ। ਹੁਣ ਅੱਗੇ ਕੀ ਹੈ? ਟੈਟਰਾਟੋਮਿਕ। ਟੈਟਰਾ ਐਟੋਮਿਕ ਮੋਲੀਕਿਊਲ। ਹੁਣ ਤਾਂ ਬਹੁਤ ਬੱਚੇ ਆਨਸਰ ਹੀ ਕਰਨ ਲੱਗ ਗਏ ਹੋਣੇ ਨਾਲ ਕਿ ਇਹਦੇ ਵਿੱਚ ਸਰ 4 ਐਟੋਮਿਕ ਹੋਣਗੇ। ਠੀਕ ਹੈ, 4 ਐਟਮਸ ਹੋਣਗੇ ਇਹਦੇ ਵਿੱਚ। ਤੇ 4 ਐਟਮ ਦੀ ਆਪਾਂ ਸਿੰਪਲ ਇੱਕ ਐਗਜ਼ਾਮਪਲ ਚੱਕਣੀ ਹੈ। ਇਹਦੇ ਵਿੱਚ ਸਿੰਪਲ ਤੇ ਜਮਾਂ ਕਾਮਨ ਐਗਜ਼ਾਮਪਲ ਜਿਹੜੀ ਬਹੁਤ ਇੰਪੋਰਟੈਂਟ ਵੀ ਹੈ ਤੇ ਕਾਮਨ ਵੀ ਮੰਨੀ ਜਾਂਦੀ ਹੈ, ਉਹ ਹੈ ਫਾਸਫੋਰਸ। ਠੀਕ ਹੈ, ਫੋਸਫੋਰਸ ਜਿਹਨੂੰ ਕਹਿ ਦਿੰਦੇ ਆ ਤੁਸੀਂ। ਸਪੈਲਿੰਗ ਲਿਖ ਹੀ ਦਿੰਦਾ ਮੈਂ, ਫਿਰ ਤੁਸੀਂ ਕਹੋਗੇ ਕਿ ਸਰ ਕਨਫਿਊਜ਼ ਕਰਤਾ ਸਾਨੂੰ। ਲਓ, ਇਹਨੂੰ ਆਪਾਂ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ? P4 ਦੇ ਨਾਲ। ਠੀਕ ਹੈ, ਹੁਣ ਜੇ ਪੁੱਛ ਲੈਣ ਇਹਨਾਂ ਹੇਠ ਲਿਖਿਆ ਵਿੱਚੋਂ ਟੈਟਰਾਟੋਮਿਕ ਦੱਸੋ, ਤਾਂ ਆਪਾਂ ਪਹਿਲਾਂ ਲਿਖ ਲਾਂਗੇ He, ਫਿਰ ਆਪਾਂ ਲਿਖ ਦਾਂਗੇ H2, ਫਿਰ ਆਪਾਂ ਲਿਖ ਦਾਂਗੇ O3, ਤੇ ਫਿਰ ਆਪਾਂ ਲਿਖ ਦਾਂਗੇ P4। ਤਾਂ P4 ਆਪਣਾ ਕੀ ਆ ਜਾਊਗਾ? ਰਾਈਟ ਆਨਸਰ ਆ ਜਾਊਗਾ। ਜੇ ਟ੍ਰਾਈਟੋਮਿਕ ਪੁੱਛਿਆ ਜਾਵੇ ਤਾਂ ਰਾਈਟ ਆਨਸਰ ਇਹ ਆ ਜਾਊਗਾ। ਜੇ ਪੁੱਛਿਆ ਜਾਵੇ ਆਪਣੇ ਕੋਲੇ ਜਿਹੜਾ ਆਪਾਂ ਦੂਸਰਾ ਕੀਤਾ ਹੈ ਡਾਇਆਟੋਮਿਕ, ਫਿਰ ਆਨਸਰ ਇਹ ਆ ਜਾਊਗਾ। ਜੇ ਮੋਨੋਟੋਮਿਕ ਪੁੱਛਿਆ ਜਾਵੇ ਤਾਂ ਫਿਰ ਆਨਸਰ ਇਹ ਆ ਜਾਊਗਾ। ਦੇਖੋ ਚਾਰਾਂ ਦੀਆਂ ਐਗਜ਼ਾਮਪਲਾਂ ਆ ਗਈਆਂ। ਠੀਕ ਹੈ, ਹੁਣ ਉਸ ਤੋਂ ਬਾਅਦ ਇੱਕ ਚੀਜ਼ ਦੱਸੀ ਸੀ ਮੈਂ ਕਿ ਜਿਹੜੇ ਵੀ ਅੱਗੇ ਲਿਖ ਦੇਣਾ ਨੰਬਰ ਆਫ ਐਟਮਸ, ਆ ਲਿਖ ਹੀ ਲਿਓ, ਨੋਟ ਕਰ ਲਿਓ। ਮੈਂ ਪੰਜਾਬੀ ਚ ਵੀ ਦੱਸ ਦੂੰਗਾ, ਜੇ ਨੋਟ ਕਰਦੇ ਆ ਤਾਂ ਨੋਟ ਕਰ ਲਿਓ। ਦ ਨੰਬਰ ਆਫ ਐਟਮਸ present in ਧਿਆਨ ਨਾਲ ਨੋਟ ਕਰ ਲਿਓ, 1 molecule। ਠੀਕ ਹੈ, E ਲਿਖੇ ਲਾਸਟ ਤੇ, of the substances ਹੁਣ ਇਹਨੂੰ ਕੀ ਕਵਾਂਗੇ ਆਪਾਂ? ਇਹਨੂੰ ਕਵਾਂਗੇ ਐਟੋਮਿਸਿਟੀ, is called ਐਟੋਮਿਸਿਟੀ। ਠੀਕ ਹੈ, ਸਾਰੀਆਂ ਚੀਜ਼ਾਂ ਬਹੁਤ ਵਧੀਆ ਵਧੀਆ ਅੱਗੇ ਕਰਾਉਂਗਾ ਮੈਂ ਤੁਹਾਨੂੰ। ਦੇਖੋ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਵੀ ਆਪਣੇ ਕੋਲ ਕੀ ਹੁੰਦੇ ਆ, ਨੰਬਰ ਆਫ ਐਟਮ ਹੁੰਦੇ ਆ ਇੱਕ ਮੋਲੀਕਿਊਲ ਦੇ ਵਿੱਚ, ਉਹਨੂੰ ਆਪਾਂ ਉਹਦੀ ਕੀ ਕਹਿੰਦੇ ਆ? ਐਟੋਮਿਸਿਟੀ। ਠੀਕ ਹੈ, ਹੁਣ ਦੇਖੋ ਜਿਵੇਂ ਤੁਹਾਡੇ ਕੋਲ ਤੁਹਾਡੀ ਜਿਹੜੀ ਮੰਨ ਕੇ ਚਲੋ ਜੀਨ ਦੇ ਵਿੱਚ ਪੋਕੇਟ ਲੱਗੀ ਹੋਈ ਹੈ। ਠੀਕ ਹੈ, ਜੀਨ ਦੇ ਵਿੱਚ ਪੋਕੇਟ ਹੈ, ਮੰਨ ਲਓ, ਉਹਨੂੰ ਆਪਾਂ ਕਵਾਂਗੇ ਮੋਲੀਕਿਊਲ। ਪੋਕੇਟ ਦੇ ਵਿੱਚ ਕਿੰਨੇ ਰੁਪੀਜ਼ ਹੈ? ਠੀਕ ਹੈ, ਕਿੰਨੇ ਰੁਪੀਜ਼ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ? ਉਹ ਐਟਮ ਮਤਲਬ ਕਿੰਨੇ ਐਟਮ ਰੱਖ ਸਕਦੇ ਆ, ਉਹ ਤੁਹਾਡੀ ਪੋਕੇਟ ਦੀ ਕੀ ਹੋਊਗੀ? ਕੈਪੈਸਿਟੀ ਹੋਊਗੀ। ਤਾਂ ਉਸ ਕੈਪੈਸਿਟੀ ਨੂੰ ਆਪਾਂ ਸਾਇੰਸ ਲੈਂਗੁਏਜ ਚ ਕੀ ਕਹਿ ਦਿੰਦੇ ਆ? ਉਸ ਮੋਲੀਕਿਊਲ ਦੀ ਐਟੋਮਿਸਿਟੀ। ਇਸ ਤੋਂ ਸੌਖੀ ਐਗਜ਼ਾਮਪਲ ਚਾਹੀਦੀ ਹੈ ਕਿਸੇ ਨੂੰ? ਹੋ ਹੀ ਨਹੀਂ ਸਕਦੀ। ਠੀਕ ਹੈ, ਹੋ ਹੀ ਨਹੀਂ ਸਕਦੀ। ਦੇਖੋ ਹੁਣ ਪੋਕੇਟ ਦੀ ਕੈਪੈਸਿਟੀ ਕਿੰਨੀ ਹੈ? 500 ਰੈਸ ਰੱਖ ਸਕਦੇ ਹੋ ਤੁਸੀਂ ਵਿੱਚ। ਉਵੇਂ ਮੰਨ ਕੇ ਚਲੋ ਇੱਕ ਮੋਲੀਕਿਊਲ ਦੇ ਵਿੱਚ ਕਿੰਨੇ ਐਟਮ ਚੱਲੀ ਜਾਂਦੇ ਆ? ਮੰਨ ਲਓ ਇੱਕ ਐਟੋਮਿਕ ਦੇ ਵਿੱਚ ਮੋਲੀਕਿਊਲ ਦੇ ਵਿੱਚ 5 ਐਟਮ ਹੈ, H5 ਹੈ ਜਾਂ S8 ਹੈ। ਠੀਕ ਹੈ, S8 ਹੈ, ਤਾਂ ਉਹ S8 ਕੀ ਹੋਈ ਹੁੰਦੀ? ਐਟੋਮਿਸਿਟੀ ਹੋਈ। 8 ਐਟਮ ਹੁੰਦੀ ਕੀ ਹੋਈ? ਐਟੋਮਿਸਿਟੀ ਹੋਈ। ਕਲੀਅਰ ਹੋ ਗਿਆ ਉਹਨਾਂ ਦਾ? ਜਿੰਨੇ ਵੀ ਐਟਮ ਉਹਦੇ ਵਿੱਚ ਹੈਗੇ ਆ ਉਹ ਉਹਦੀ ਐਟੋਮਿਸਿਟੀ ਹੈ। ਹੁਣ ਦੇਖੋ ਮੰਨ ਕੇ ਚਲੋ H2 ਹੈ, ਹਾਈਡਰੋਜਨ।
ਠੀਕ ਹੈ। ਇਹਦੇ ਵਿੱਚ ਤੁਹਾਨੂੰ ਪੁੱਛ ਲੈਣ ਕਿ ਸੌਖਾ ਕਰਕੇ ਇਹਦੇ ਵਿੱਚ ਆਪਣਾ ਆ ਜਾਊਗਾ, ਹਾਂ, ਇਹਦੀ ਐਟੋਮਿਸਿਟੀ ਆਫ ਮੋਲੀਕਿਊਲ ਇਹਦੇ ਵਿੱਚ ਕਿੰਨੇ ਆ? 2, ਤਾਂ ਤੁਹਾਡਾ ਆਨਸਰ ਕੀ ਹੋਊਗਾ? 2। ਐਡੂ ਸੌਖਾ ਦੱਸੋ ਕੀ ਹੋ ਸਕਦਾ ਜੇ ਤੁਸੀਂ ਥਿਊਰੀ ਪੜ੍ਹੀ ਹੈ ਤਾਂ। ਕਲੀਅਰ ਹੋ ਗਿਆ ਆਈ ਥਿੰਕ ਸਾਰਿਆਂ ਨੂੰ। ਫਿਰ ਵੀ ਕੋਈ ਡਾਊਟ ਰਹੇ ਜੇ ਮੈਨੂੰ ਦੱਸ ਦਿਆ ਕਰੋ। ਹੁਣ ਲਾਸਟ ਵਾਲਾ ਆਪਣਾ ਇਹਦੇ ਵਿੱਚ ਜਿਹੜਾ ਐਲੀਮੈਂਟ ਦੇ ਵਿੱਚ ਪੋਲੀ ਐਟੋਮਿਕ, ਠੀਕ ਹੈ, ਕਲਰ ਮੈਂ ਰੈਡੀ ਕਰ ਲੈਣਾ, ਪੋਲੀ ਐਟੋਮਿਕ ਮੋਲੀਕਿਊਲ। ਹੁਣ ਇਹਦੇ ਵਿੱਚ ਕੀ ਹੁੰਦਾ? 1 ਵਾਲਾ ਵੀ ਕਰ ਲਿਆ, 2 ਵਾਲਾ ਵੀ ਕਰ ਲਿਆ, 3 ਵਾਲਾ ਵੀ ਕਰ ਲਿਆ, 4 ਵਾਲਾ ਵੀ ਕਰ ਲਿਆ। ਇਹਦੇ ਵਿੱਚ ਹੁੰਦੇ ਆ ਬਹੁਤ ਸਾਰੇ ਐਟਮ ਨਾਲ ਬਣਿਆ ਮੋਲੀਕਿਊਲ, ਠੀਕ ਹੈ। ਇਹਦੇ ਜਿਹੜੇ ਬਹੁਤ ਸਾਰੇ ਐਟਮ ਨਾਲ ਮੋਲੀਕਿਊਲ ਬਣਦਾ, ਜਿਵੇਂ 5 ਤੋਂ ਵੀ ਵੱਧ, 7 ਤੋਂ 7 8, ਜਿਵੇਂ ਐਸਿਡ। ਇੱਕੋ ਇੱਕ ਜਿਹੜਾ ਮੋਸਟ ਕਾਮਨ ਤੇ ਮੋਸਟ ਇੰਪੋਰਟੈਂਟ ਹੈਗਾ। ਹੁਣ ਇਹਦੇ ਵਿੱਚ ਕੀ ਆ ਜਾਊਗਾ ਕਿ ਹੇਠ ਲਿਖਿਆ ਵਿੱਚੋਂ ਪੋਲੀਐਟੋਮਿਕ ਮੋਲੀਕਿਊਲ ਦੀ ਪਹਿਚਾਨ ਕਰੋ, ਤਾਂ S8 ਤੁਸੀਂ ਚੁੱਪ ਕਰਕੇ ਲਾਇਆ ਨਾ, ਠੀਕ ਹੈ। ਉਹਦਾ ਆਨਸਰ ਕੀ ਆ ਜਾਊਗਾ? S8। ਇਹਦੇ ਵਿੱਚ ਐਟਮ ਕਿੰਨੇ? S8 ਦੇ ਵਿੱਚ 8 ਐਟਮ ਹੈ। ਜੇ ਪੁੱਛ ਲੈਣ ਇਹਦੀ ਐਟੋਮਿਸਿਟੀ ਕਿੰਨੀ ਹੈ, ਤਾਂ ਉਹ ਵੀ ਕੀ ਹੈ? 8। ਹੁਣ ਕਲੀਅਰ ਹੋਣ ਲੱਗ ਗਈਆਂ ਚੀਜ਼ਾਂ। ਜਿੰਨੀਆਂ ਤੁਹਾਨੂੰ ਔਖੀਆਂ ਲੱਗਦੀਆਂ ਸੀ ਹੁਣ ਉਨੀਆਂ ਹੀ ਜ਼ਿਆਦਾ ਸੌਖੀਆਂ ਲੱਗਣ ਲੱਗ ਗਈਆਂ। ਕਿ ਛੋਟਾ ਜਿਹਾ ਟੌਪਿਕ ਹੋ ਰਿਹਾ ਅੱਗੋਂ। ਹੁਣ ਐਲੀਮੈਂਟ ਵੀ ਪੜ੍ਹ ਲਏ ਤੁਸੀਂ, ਠੀਕ ਹੈ, ਐਟਮ ਵੀ ਪੜ੍ਹ ਲਿਆ, ਐਟੋਮਿਕ ਮਾਸ ਵੀ ਪੜ੍ਹ ਲਿਆ, ਲੋ ਵੀ ਪੜ੍ਹਾ ਦੇ ਤੁਹਾਨੂੰ ਮੈਂ। ਹੁਣ ਵੇਖੋ ਮੋਲੀਕਿਊਲ ਵੀ ਪੜ੍ਹ ਲਏ ਤੁਸੀਂ, ਐਲੀਮੈਂਟ ਵੀ ਪੜ੍ਹ ਲਏ ਮੋਲੀਕਿਊਲ ਦੇ। ਹੁਣ ਆ ਗਿਆ ਆਪਣੇ ਕੋਲ ਅੱਗੋਂ ਜਦੋਂ ਪਹਿਲਾਂ ਤੁਹਾਨੂੰ ਮੈਂ ਡੈਫੀਨੇਸ਼ਨ ਦੱਸ ਦਿੰਦਾ। ਇਹਦੀ ਹੈਡਿੰਗ ਕੀ ਹੈ ਪਹਿਲਾਂ? ਮੋਲੀਕਿਊਲਸ, ਠੀਕ ਹੈ, ਆਫ ਅ ਕੰਪਾਊਂਡ। ਇਹ ਆਪਾਂ ਕੀਤਾ ਹੈ ਨਾ ਇਹ, ਠੀਕ ਹੈ। ਮੋਲੀਕਿਊਲਸ ਆਫ ਕੰਪਾਊਂਡ ਕਦੋਂ ਬਣਦਾ? ਕਦੋਂ ਬਣਦਾ ਹੈ ਮੋਲੀਕਿਊਲ ਆਫ ਕੰਪਾਊਂਡ? ਹੁਣ ਤੁਹਾਨੂੰ ਵੇਖੋ ਮੈਂ ਕਿ ਪਹਿਲਾਂ ਇਹਨਾਂ ਵਿੱਚੋਂ ਜਿਹੜੇ ਮੈਂ ਆਪਸ਼ਨਾਂ ਪਾਉਂਗਾ ਨਾ, ਇਹਨਾਂ ਵਿੱਚੋਂ ਤੁਸੀਂ ਪਹਿਚਾਨ ਕਰਨੀ ਹੈ ਮੋਲੀਕਿਊਲ ਆਫ ਕੰਪਾਊਂਡ ਕਿਹੜਾ ਹੈ, ਠੀਕ ਹੈ। ਇਹਨਾਂ ਵਿੱਚੋਂ ਪਹਿਚਾਨ ਕਰਨੀ ਹੈ। ਫਿਰ ਦੇਖਦੇ ਹਾਂ, ਫਿਰ ਮੈਂ ਤੁਹਾਨੂੰ ਸਮਝਾਉਂਗਾ। ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿੰਨੇ ਬੱਚਿਆਂ ਨੂੰ ਸਮਝ ਲੱਗੀ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਆਪਣੇ ਕੋਲ ਮੰਨ ਕੇ ਚੱਲੋ ਇੱਕ ਹੋਰ ਲਿਖ ਦਿੰਦੇ ਹਾਂ ਆਪਾਂ, A4 ਲਿਖ ਲਓ, ਚਲੋ, ਠੀਕ ਹੈ। ਹੁਣ ਆਪਾਂ ਇਹਦੇ ਵਿੱਚੋਂ ਪਹਿਚਾਨ ਕਰਨੀ ਹੈ। ਤੁਹਾਨੂੰ ਉੱਥੇ ਕੁਐਸਚਨ ਆ ਗਿਆ ਪੇਪਰ ਦੇ ਵਿੱਚ ਕਿ ਮੋਲੀਕਿਊਲ ਆਫ ਅ ਕੰਪਾਊਂਡ ਕਿਹੜਾ, ਠੀਕ ਹੈ। ਮੋਲੀਕਿਊਲ ਐਲੀਮੈਂਟ ਮੈਂ ਪੜਾਤਾ, ਇੱਕ ਇੱਕ ਉਹਨਾਂ ਦੇ ਕਹਿ ਲਿਓ ਟਾਈਪ ਵੀ ਦੱਸਤੀ। ਹੁਣ ਆ ਗਏ ਮੋਲੀਕਿਊਲ ਕੰਪਾਊਂਡ। ਹੁਣ ਇਹਨਾਂ ਵਿੱਚੋਂ ਜਿਹੜੇ ਬੱਚਿਆਂ ਦਾ ਦੱਸਤਾ, ਵੈਰੀ ਗੁੱਡ। ਹੁਣ ਜੋ ਮੈਂ ਸਮਝਾਉਂਗਾ ਜਿਹੜਿਆਂ ਦਾ ਆਨਸਰ ਗਲਤ ਸੀ, ਉਸ ਤੋਂ ਬਾਅਦ ਇਹਨਾਂ ਦਾ ਆਨਸਰ ਹੈ ਜਿਹੜਾ ਗਲਤ ਕਦੇ ਵੀ ਨਹੀਂ ਹੋਣ ਵਾਲਾ। ਹੁਣ ਦੇਖੋ ਫਸਟ ਕੀ ਇਹਦੀ ਡੈਫੀਨੇਸ਼ਨ ਬਣਦੀ ਹੈ, ਵੱਖਰੇ ਵੱਖਰੇ ਵੱਖ-ਵੱਖ ਐਟਮ ਮਿਲ ਕੇ ਜਦੋਂ ਮੋਲੀਕਿਊਲ ਬਣਾਉਂਦੇ ਆ, ਠੀਕ ਹੈ। ਉਸ ਮੋਲੀਕਿਊਲ ਨੂੰ ਕੀ ਕਹਿੰਦੇ ਆ? ਉਸ ਮੋਲੀਕਿਊਲ ਨੂੰ ਕਹਿੰਦੇ ਆ ਮੋਲੀਕਿਊਲਸ ਆਫ ਅ ਕੰਪਾਊਂਡ, ਠੀਕ ਹੈ। ਮੈਂ ਹਰ ਇੱਕ ਗੱਲ ਮੰਨਦਾ ਕਿ ਜਿਹੜਾ ਬੱਚਾ ਫਰੈਂਡਲੀ ਨਹੀਂ ਉਹਨੂੰ ਵੀ ਔਖਾ ਲੱਗਦਾ, ਲੱਗ ਨਹੀਂ ਰਿਹਾ ਹੋਣਾ, ਲੱਗਦਾ। ਜੇ ਉਹ ਧਿਆਨ ਦੇ ਰਿਹਾ ਤਾਂ ਉਹਨੂੰ ਲੱਗ ਨਹੀਂ ਰਿਹਾ ਹੋਣਾ, ਇਹ ਵੀ ਮੈਂ ਗਾਰੰਟੀ ਕਰਦਾ। ਇੱਕ ਹੋਰ ਚੀਜ਼ ਮੈਂ ਮੰਨਦਾ ਕਿ ਲੈਂਥੀ ਹੋ ਰਿਹਾ, ਠੀਕ ਹੈ। ਲੈਂਥੀ ਕਰਨ ਦਾ ਰੀਜ਼ਨ ਇਹ ਹੈ ਕਿ ਤੁਹਾਨੂੰ ਇੱਕ ਇੱਕ ਚੀਜ਼ ਨਾਲ ਜਿਹੜਾ ਕੀ ਹੈ ਇੱਕ ਬੌਂਡ ਬਣਾਈ ਜਾ ਸਕੇ ਕਿ ਤੁਹਾਨੂੰ ਵਾਕਈ ਸਾਇੰਸ ਆਂਦੀ ਹੈ। ਤੇ ਮੈਂ ਮਿੰਟ 'ਚ ਦੱਸ ਦਿੰਦਾ ਕਿ ਮੋਲੀਕਿਊਲ ਕੰਪਾਊਂਡ ਕੀ ਹੈ, ਤੁਹਾਨੂੰ ਲਿਖਾ ਦਿੰਦਾ। ਚਲੋ ਹੁਣ ਮੈਂ ਕਹੂੰਗਾ ਜੀ ਚਲੋ ਨੈਕਸਟ ਕਰਦੇ ਹਾਂ, ਨਹੀਂ, ਇਸ ਤੋਂ ਬਾਅਦ ਵੀ ਤੁਹਾਨੂੰ ਨਿੱਕੀ ਨਿੱਕੀ ਚੀਜ਼ ਦੱਸੂਗਾ ਤਾਂ ਜੋ ਤੁਹਾਨੂੰ ਇਹ ਚੰਗੀ ਤਰ੍ਹਾਂ ਕਨਸੈਪਟ ਜਿਹੜਾ ਕਲੀਅਰ ਹੋ ਸਕੇ। ਚਲੋ ਹੁਣ ਇਹਦੇ ਵਿੱਚ ਕੀ ਹੈ, ਵੱਖ-ਵੱਖ ਐਟਮ ਜਦੋਂ ਮਿਲਦੇ ਆ, ਠੀਕ ਹੈ, ਵੱਖ-ਵੱਖ ਐਟਮ ਜਿਨ੍ਹਾਂ ਦੀ ਪ੍ਰੋਪਰਟੀ ਅਲੱਗ-ਅਲੱਗ ਹੁੰਦੀ ਆ, ਉਹ ਮਿਲ ਕੇ ਇੱਕ ਮੋਲੀਕਿਊਲ ਬਣਾਉਂਦੇ ਆ। ਉਹਨੂੰ ਆਪਾਂ ਕੀ ਕਹਿੰਦੇ ਆ? ਮੋਲੀਕਿਊਲ ਆਫ ਕੰਪਾਊਂਡ ਕਹਿੰਦੇ ਆ, ਠੀਕ ਹੈ। ਜਦੋਂ ਇੱਕ ਤਰ੍ਹਾਂ ਦੇ ਐਟਮ ਮਿਲਦੇ ਆ ਉਹਨੂੰ ਕੀ ਕਹਿੰਦੇ ਆ? ਮੋਲੀਕਿਊਲ ਆਫ ਐਲੀਮੈਂਟ। ਇਹਨੂੰ ਕਹਿੰਦੇ ਆ ਮੋਲੀਕਿਊਲਸ ਆਫ ਕੰਪਾਊਂਡ। ਹੁਣ ਦੇਖੋ ਇਹਦੇ ਵਿੱਚ ਵੱਖਰਾ ਵੱਖਰਾ ਐਟਮ ਮਿਲਿਆ ਹੋਇਆ ਨਹੀਂ, ਇਹਦੇ ਵਿੱਚ ਇੱਕੋ ਜਿਹੇ ਆ। ਇੱਕੋ ਜਿਹੇ ਕਿਹੜੇ ਆ? ਹਾਈਡਰੋਜਨ ਦੇ ਹੀ ਦੋਵੇਂ ਆ। ਇਹਦੇ ਵਿੱਚ ਹੈਗਾ ਆਕਸੀਜਨ ਦੇ ਤਿੰਨੇ ਆ ਨਹੀਂ, ਇਹ ਓਜ਼ੋਨ ਹੈਗਾ ਨਾ, H2O। ਇਹਦੇ ਵਿੱਚ ਇੱਕ ਐਲੀਮੈਂਟ, ਇੱਕ ਐਟਮ ਹੈਗਾ ਹਾਈਡਰੋਜਨ ਦਾ, ਠੀਕ ਹੈ। ਇੱਕ ਨਹੀਂ ਹੈ ਤਾਂ 2, ਪਰ ਇੱਕ ਤਰ੍ਹਾਂ ਦਾ ਹਾਈਡਰੋਜਨ ਦਾ, ਇੱਕ ਹੈ ਆਕਸੀਜਨ ਦਾ। ਇਹ ਦੋਨੋਂ ਵੱਖਰੇ ਵੱਖਰੇ ਆ ਨਾ, ਠੀਕ ਹੈ। ਤਾਂ ਇਹ ਆਪਣੇ ਕੋਲ ਕੀ ਹੋ ਗਿਆ? ਮੋਲੀਕਿਊਲ ਆਫ ਕੰਪਾਊਂਡ। ਰਾਈਟ ਆਂਸਰ ਆਪਣੇ ਕੋਲ ਕੀ ਆ ਗਿਆ? ਫਿਰ ਰਾਈਟ ਆਂਸਰ ਆ ਗਿਆ ਨੰਬਰ 3। ਹੁਣ ਪਤਾ ਲੱਗ ਗਿਆ ਨਾ?
ਕਿ ਇਹਦੀ ਇੱਕ ਅੱਧੀ ਐਗਜ਼ਾਮਪਲ ਹੋਰ ਲੈ ਲੈਂਦੇ ਆਪਾਂ, ਜਿਵੇਂ HCl, ਠੀਕ ਹੈ, ਹਾਈਡਰੋਜਨ ਦਾ ਹੋ ਗਿਆ, Cl ਹੋ ਗਿਆ ਆਪਣੇ ਕੋਲ ਇੱਕ। ਹੁਣ ਉਸ ਤੋਂ ਬਾਅਦ ਬਸ ਇੱਕ ਵੀ ਇੰਨਾ ਹੀ ਸਫੀਸ਼ੀਐਂਟ ਹੈ। ਮੋਲੀਕਿਊਲ ਆਫ ਕੰਪਾਊਂਡ ਆਪਣਾ ਕਲੀਅਰ ਹੋ, ਲੈਕਚਰ ਨਹੀਂ ਖਤਮ ਹੋਇਆ, ਮੋਲੀਕਿਊਲ ਆਫ ਕੰਪਾਊਂਡ ਤੁਹਾਡਾ ਮੈਂ ਕਲੀਅਰ ਕਰਾਤਾ ਕਿ ਕਿੰਨਾ ਕੁ ਵਧੀਆ, ਠੀਕ ਹੈ। ਹੁਣ ਆ ਜਾਓ ਅੱਗੇ, ਮੋਲੀਕਿਊਲ ਇਸ ਤੋਂ ਬਾਅਦ ਖਤਮ। ਮੋਲੀਕਿਊਲ ਜਿਹੜਾ ਮੰਨ ਕੇ ਚਲੋ ਐਟਮ ਵੀ ਕਰਾਤਾ, ਮੋਲੀਕਿਊਲ ਦਾ ਕਨਸੈਪਟ ਵੀ ਮੈਂ ਤੁਹਾਨੂੰ ਕਲੀਅਰ ਕਰਾਤਾ। ਇੱਕ ਮੋਸਟ ਇੰਪੋਰਟੈਂਟ ਚੀਜ਼ ਰਹਿ ਜੂਗੀ ਜਿਹੜੀ ਮੈਂ ਕੋਸ਼ਿਸ਼ ਕਰੂੰਗਾ ਕਿ ਲੈਕਚਰ ਜੇ ਲੈਂਥੀ ਨਾ ਹੋਇਆ ਤਾਂ ਉਹ ਵੀ ਹੁਣੇ ਕਰਾ ਦਾਂ। ਰੀਜ਼ਨ ਹੁੰਦਾ ਇਹ ਹੈ, ਉਸ ਜਿਹੜੀ ਚੀਜ਼ ਨੂੰ ਸਮਝ ਲਿਆ ਤੁਸੀਂ, ਠੀਕ ਹੈ, ਉਹ ਤੁਹਾਨੂੰ ਅੱਗੇ ਜਿਹੜੇ ਲੈਕਚਰ ਆਉਣਗੇ ਜਿਵੇਂ ਐਟਮ ਕੰਪਾਊਂਡ ਆਊਗਾ, ਠੀਕ ਹੈ, ਮੈਟਰ ਵਾਲਾ ਆਊਗਾ, ਉਸ ਤੋਂ ਬਾਅਦ ਆਪਣਾ ਐਸਿਡ ਵਾਲਾ ਆਊਗਾ, ਉਹਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ ਬੈਨੀਫਿਟ ਹੋਣ ਵਾਲੀ ਹੈ। ਚਲੋ ਹੁਣ ਆਪਾਂ ਕੀ ਕਰਨਾ, ਮੋਲੀਕੂਲਰ ਮਾਸ ਧਿਆਨ ਨਾਲ ਸਮਝ ਲਿਓ। ਤੇ ਇਹਦੇ ਵਿੱਚ ਕੀ ਹੋਣ ਵਾਲਾ ਹੈ ਕਿ ਜਦੋਂ ਮੈਂ ਤੁਹਾਨੂੰ ਖੁਦ ਲਾਸਟ ਵਾਲਾ ਸਮ ਪੁੱਛੂੰਗਾ, ਤੁਸੀਂ 1 ਸਕਿੰਟ ਦੇ ਵਿੱਚ ਆਨਸਰ ਦਿਓਗੇ। ਹੁਣ ਨਾਮ ਪੜਨ ਤੋਂ ਤੁਹਾਨੂੰ ਐ ਲੱਗ ਰਿਹਾ ਉਹ ਪਤਾ ਨਹੀਂ ਕੀ ਸੱਪ ਨਿਕਲਣ ਵਾਲਾ ਨਵਾਂ, ਠੀਕ ਹੈ। ਹੁਣ ਐਟੋਮਿਕ ਮਾਸ ਚ ਕੀ ਹੁੰਦਾ ਸੀ, ਆਪਾਂ ਇੱਕ ਰਿਲੇਟਿਵ ਮਾਸ ਲੈ ਲਿਆ ਸੀ ਨਾ, ਜਿਹਨੂੰ ਆਪਾਂ ਰਿਲੇਟਿਵ ਐਟੋਮਿਕ ਮਾਸ ਕਹਿੰਦੇ ਆ। ਉਹ ਕਿੰਦਾ ਲਿਆ ਸੀਗਾ, ਕਾਰਬਨ ਦਾ। ਕਿਹੜੇ ਉਹਦਾ ਹੈਗਾ ਸੀਗਾ ਅੱਗੋਂ ਆਈਸੋਟੋਪ, ਉਹਦਾ ਹੈਗਾ ਸੀ C12 ਦਾ, ਠੀਕ ਹੈ। ਹੁਣ ਦੇਖੋ ਇੰਨਾ ਕੁਝ ਨਹੀਂ ਕਰਨਾ ਉਹਦੇ ਵਿੱਚ, ਤਾਂ ਮੈਂ ਮੰਨਦਾ ਕਿ ਇੱਕ ਤੁਸੀਂ ਮੈਥ ਦੀ ਤਰ੍ਹਾਂ ਕਰ ਰਹੇ ਸੀ, ਕੱਟ ਵੱਢ ਕਰ ਰਹੇ ਸੀ, ਇੰਨਾ ਕੁਝ ਕਰਨਾ ਹੀ ਨਹੀਂ ਆਪਾਂ। ਇਹਦੇ ਵਿੱਚ ਸਿਰਫ ਤੇ ਸਿਰਫ ਕੀ ਕਰਨਾ ਹੈ, ਦੇਖੋ ਇਹਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਕਿ ਹੇਠ ਲਿਖਿਆ ਮੋਲੀਕਿਊਲ ਦਾ ਐਟੋਮਿਕ ਮਾਸ ਦੱਸੋ, ਠੀਕ ਹੈ। ਉੱਥੇ ਆਪਣੇ ਕੋਲ ਲਿਖਿਆ H2, ਸਿੰਪਲ ਤੋਂ ਚੱਲਾਂਗੇ, ਕਲੀਅਰ ਹੈ। ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਕਿਹਾ ਕਿ H2 ਦਾ ਆਪਾਂ ਕੀ ਪਤਾ ਕਰਨਾ ਹੈ, ਮੋਲੀਕਿਊਲ ਮਾਸ ਪਤਾ ਕਰਨਾ, ਠੀਕ ਹੈ। ਮੋਲੀਕਿਊਲਰ ਮਾਸ ਪਤਾ ਕਰਨਾ ਆਪਾਂ, ਕਿੰਦਾ ਪਤਾ ਕਰਨਾ ਹੈ, H2 ਦਾ। ਹੁਣ ਇੱਕ ਚੀਜ਼ ਵੇਖੋ, H ਦਾ ਸਿੰਪਲ ਹਾਈਡਰੋਜਨ ਦਾ ਮੈਂ ਕੱਢਿਆ ਸੀ ਨਾ, ਤੁਹਾਨੂੰ ਲਿਖਾਇਆ ਸੀ ਚਾਰਟ ਕਿ ਇੱਕ U ਹੁੰਦਾ। ਇੱਕ U ਕਦੋਂ ਨਿਕਲਦਾ, ਜਦੋਂ ਆਪਾਂ ਉਹਨੂੰ C12 ਨਾਲ ਡਿਵੀਜ਼ਨ ਕਰਦੇ ਆ, ਕਿੰਦੇ ਐਟੋਮਿਕ ਕਿੰਦੇ ਮਾਸ ਦੀ, ਟੋਟਲ ਮਾਸ ਦੀ, ਹਾਈਡਰੋਜਨ ਦੀ। ਜਦੋਂ ਤੁਸੀਂ ਹਾਈਡਰੋਜਨ ਦਾ ਮਾਸ, ਹਾਈਡਰੋਜਨ ਮਾਸ ਬਟਾ C12 ਦਾ ਮਾਸ ਕਰੋਗੇ, ਠੀਕ ਹੈ, ਉਹ ਤੁਹਾਡੇ ਕੋਲ ਆਨਸਰ ਆ ਜਾਊਗਾ U ਦੇ ਵਿੱਚ। ਉਹ ਆਪਣੇ ਕੋਲ ਆਨਸਰ ਆ ਗਿਆ 1U। ਇੱਕ ਹਾਈਡਰੋਜਨ ਦਾ ਜਿਹੜਾ ਰਿਲੇਟਿਵ ਮਾਸ ਹੁੰਦਾ ਉਹ ਹੁੰਦਾ 1U। ਇੰਨਾ ਪਤਾ ਲੱਗ ਗਿਆ। ਹੁਣ ਆਪਾਂ ਉਹੀ 1U ਦਾ ਮੋਲੀਕੂਲਰ ਮਾਸ ਪਤਾ ਕਰਨਾ। ਸਮਝ ਲੱਗ ਰਹੀ ਹੈ ਮੈਂ ਕੀ ਕਹਿ ਰਿਹਾ। ਹੁਣ ਦੇਖੋ ਮੋਲੀਕੂਲਰ ਤੁਹਾਨੂੰ ਪਤਾ ਕਿ ਇਕੱਠੀਆਂ ਚੀਜ਼ਾਂ ਦਾ ਪਤਾ ਹੋਊਗਾ। ਹੁਣ ਆਪਾਂ ਇਹ ਨਹੀਂ ਕਿ ਇੱਕ ਦਾ ਪਤਾ ਕਰਾਂਗੇ, ਆਪਾਂ ਪਤਾ ਕਰਨਾ ਦੋਨਾਂ ਦਾ। ਮੋਲੀਕੂਲਰ ਕਾਹਦਾ ਬੰਦਾ, ਜਦੋਂ ਬਹੁਤ ਸਾਰੇ ਐਟਮ ਰਲ ਜਾਂਦੇ ਆ। ਇੱਕ ਵੀ ਬੰਦਾ ਪਰ ਉਹਦੇ ਵਿੱਚ ਵੀ ਦੋ ਐਟਮ ਰਲੇ ਹੁੰਦੇ ਆ, ਜਿਵੇਂ ਵੱਖਰੇ ਵੱਖਰੇ Al ਹੋ ਗਿਆ, ਉਹਦੇ ਵਿੱਚ ਵੀ ਦੋ ਹੈਗੇ ਆ, ਠੀਕ ਹੈ। HO ਹੋ ਗਿਆ, ਉਹਦੇ ਵਿੱਚ ਵੀ ਦੋ ਹੈਗੇ ਆ। ਉਹ ਕਨਸੈਪਟ ਤੁਹਾਨੂੰ ਮੈਂ ਸਮਝਾਤਾ। ਹੁਣ ਆਪਾਂ ਦੇਖੋ, ਮੈਂ ਦੁਬਾਰਾ ਫਿਰ ਦੱਸਦਾ ਇਹਦੇ ਵਿੱਚ ਕੀ ਕਰਨਾ ਹੈ। ਇਹ 1U ਕੀ ਆਇਆ ਸੀ ਆਪਣੇ ਕੋਲੇ, ਇਹ ਆਇਆ ਸੀ ਰਿਲੇਟਿਵ ਐਟੋਮਿਕ ਮਾਸ, ਇਹੀ ਸੀ ਨਾ। ਹੁਣ ਇਹੀ ਰਿਲੇਟਿਵ ਐਟੋਮਿਕ ਮਾਸ ਦਾ ਆਪਾਂ ਕੀ ਪਤਾ ਕਰਨਾ, ਮੋਲੀਕੂਲਰ ਮਾਸ MM। ਹੁਣ ਦੇਖੋ ਅੱਗੋਂ ਕਰਾਂਗੇ, ਇੱਕ ਦਾ ਤਾਂ ਆਪਾਂ ਨੂੰ ਪਤਾ ਹੈ, ਉਹ ਪਤਾ ਹੈ ਰਿਲੇਟਿਵ ਐਟੋਮਿਕ ਮਾਸ। ਆਪਾਂ ਕਰਨਾ H2 ਦਾ, ਮਤਲਬ ਦੋਵਾਂ ਦਾ। ਪਹਿਲਾਂ ਆਪਾਂ ਇਹਦੇ ਕਰਾਂਗੇ ਇਹਦਾ ਰਿਲੇਟਿਵ ਐਟੋਮਿਕ ਮਾਸ, ਕਰਾਂਗੇ ਦੋਵਾਂ ਦਾ। ਦੇਖੋ ਜਮਾਂ ਸਿੰਪਲ ਹੈ, ਜਿੰਨਾ ਮੈਂ ਤੁਹਾਨੂੰ ਟਾਈਮ ਦੱਸਣ ਤੇ ਲਾਇਆ ਉਹਨਾਂ ਟਾਈਮ ਦਾ ਆਨਸਰ ਦੇਣ ਤੇ ਵੀ ਨਹੀਂ ਲੱਗਣਾ। ਇਹਦੇ ਵਿੱਚ ਕਿੰਨੇ ਐਟਮ ਹੈਗੇ ਆ, 2। ਤੇ ਇਹਦਾ ਰਿਲੇਟਿਵ ਐਟੋਮਿਕ ਮਾਸ ਕਿੰਨਾ ਹੈ ਇੱਕ ਐਟਮ ਦਾ, 1U। ਆਪਣਾ ਰਾਈਟ ਆਨਸਰ ਕੀ ਆ ਗਿਆ, 2.0U। ਲਓ ਆ ਸੋਲਵ ਹੋ ਗਿਆ। ਇਹਨੂੰ ਆਪਾਂ ਕੀ ਕਹਿ ਦਾਂਗੇ, ਇਹਨੂੰ ਕਹਿ ਦਾਂਗੇ ਆਪਾਂ ਮੋਲੀਕੂਲਰ ਮਾਸ। ਕੀ ਔਖਾ ਸੀ ਇਹਦੇ ਵਿੱਚ, ਕੁਝ ਵੀ ਨਹੀਂ ਔਖਾ ਸੀ। ਜੇ ਤੁਸੀਂ ਪੁਰਾਣੀਆਂ ਵੀਡੀਓ ਦੇਖਦੇ ਆਂਦੇ ਆ ਤਾਂ ਕੁਝ ਵੀ ਨਹੀਂ ਔਖਾ ਸੀ, ਕਿਉਂਕਿ ਮੈਂ ਇੱਕ ਚਾਰਟ ਦਿੱਤਾ ਸੀ ਜਿੰਦੇ ਵਿੱਚ ਮੇਨ ਸਾਰੀਆਂ ਗੈਸਸ, ਮੈਟਲ, ਐਲੀਮੈਂਟ, ਨੋਨ ਮੈਟਲ ਲਿਖੇ ਹੋਏ ਸੀਗੇ। ਉਹਨਾਂ ਦੇ ਵਿੱਚ ਮੈਂ ਕੀ ਲਿਖਿਆ ਸੀ, ਉਹਨਾਂ ਦਾ ਰਿਲੇਟਿਵ ਐਟੋਮਿਕ ਮਾਸ ਲਿਖਿਆ ਸੀ। ਜਿਵੇਂ ਮੰਨ ਕੇ ਚੱਲੋ ਮੈਂ ਆਕਸੀਜਨ ਦਾ ਲਿਖਿਆ ਸੀ ਨਾ, ਆਕਸੀਜਨ ਦਾ ਕੀ ਸੀਗਾ। ਲਓ ਹੁਣ ਆਪਾਂ ਚਲੋ ਮੈਂ ਤੁਹਾਨੂੰ ਦਿੰਦਾ ਕਿ ਆਕਸੀਜਨ ਦਾ ਆਪਾਂ ਕੀ ਪਤਾ ਕਰਨਾ, ਮੋਲੀਕੂਲਰ ਮਾਸ ਪਤਾ ਕਰਨਾ, ਠੀਕ ਹੈ। ਚਲੋ ਮੈਂ ਵੀ ਦੱਸ ਦੇਣਾ ਤੁਹਾਨੂੰ ਕਿ ਇਹਦਾ ਐਟੋਮਿਕ ਮਾਸ, ਹਾਂ ਐਟੋਮਿਕ ਮਾਸ ਕਿੰਨਾ ਹੁੰਦਾ, ਉਹ ਹੁੰਦਾ 16U। ਲਓ ਆਕਸੀਜਨ ਦਾ ਕੀ ਆਊਗਾ ਆਪਣੇ ਕੋਲੇ, O2, ਠੀਕ ਹੈ। O2 ਆ ਗਿਆ, O2 ਦਾ ਮਾਸ ਪਤਾ ਕਰਨਾ। ਲਓ ਤੁਸੀਂ O2 ਦਾ ਪਤਾ ਕਰੋ। O2 ਦਾ ਕੀ ਆਊਗਾ ਆਪਣੇ ਕੋਲੇ, ਸਾਰੇ ਬੱਚੇ ਜਿਹੜੇ ਤਾਂ ਕਮੈਂਟ ਕਰਨਗੇ ਹੁਣੇ ਦੇਖ ਰਹੇ ਨਾਲ ਹੀ, ਉਹਦਾ ਹੁਣੇ ਕਮੈਂਟ ਕਰਕੇ ਦੱਸ ਦਿਓ। ਜਿਹੜੇ ਬਾਅਦ ਦੇ ਵਿੱਚ ਦੇਖ ਰਹੇ ਆ ਉਹ ਬਾਅਦ ਦੇ ਵਿੱਚ ਦੱਸ ਦਿਓ ਵੀਡੀਓ ਪੌਜ਼ ਕਰਕੇ। ਹੁਣ ਦੇਖੋ ਮੈਂ ਕੀ ਕਿਹਾ ਕਿ ਇਹਦਾ 16U ਕੀ ਹੈ ਆਪਣੇ ਕੋਲੇ, ਰਿਲੇਟਿਵ ਐਟੋਮਿਕ ਮਾਸ। ਰਾਮ, ਹੋਰ ਯਾਦ ਰੱਖ ਲਓ ਨਾਮ ਰਾਮ। ਰਾਮ ਆਪਣਾ ਕੀ ਬਣ ਗਿਆ,
ਰਿਲੇਟਿਵ ਐਟੋਮਿਕ ਮਾਸ। ਹੁਣ ਇਹਦਾ ਆਕਸੀਜਨ ਦਾ ਰਾਮ ਜੇ ਤੁਹਾਨੂੰ ਪੁੱਛਣ ਦਾ ਕੀ ਹੈ, ਆਕਸੀਜਨ ਦਾ ਰਾਮ ਆਪਣੇ ਕੋਲ ਹੈਗਾ 16U। ਠੀਕ ਹੈ, ਹੁਣ ਆਪਾਂ O2 ਦਾ ਕੀ ਪਤਾ ਕਰਨਾ, ਮੋਲੀਕੂਲਰ ਮਾਸ ਪਤਾ ਕਰਨਾ। 16U ਇਹਦਾ ਇੱਕ ਦਾ, ਦੋਵਾਂ ਦਾ ਪਤਾ ਕਰਨਾ, ਤਾਂ 32U ਆਪਣਾ ਕੀ ਆ ਗਿਆ, ਮੋਲੀਕੂਲਰ ਮਾਸ ਆ ਗਿਆ। ਇਹ ਆਪਣੇ ਕੋਲ ਆਨਸਰ ਆ ਗਿਆ। ਲਓ ਕੀ ਮੰਤਰ ਪੜਨੇ ਇਹਦੇ ਵਿੱਚ, ਜੇ ਇਸ ਚੀਜ਼ ਨੂੰ ਤੁਸੀਂ ਐਡਾ ਵੱਡਾ ਹੋਊਗਾ ਬਣਾਈ ਬੈਠੇ, ਕੀ ਇਹਦੇ ਵਿੱਚ ਮੰਤਰ ਪੜਨ ਵਾਲੇ ਆ। ਠੀਕ ਹੈ, ਹੁਣ ਉੱਥੇ ਲਾਸਟ ਸਮ ਕਰਾਨਾ, ਫਿਰ ਆਪਾਂ ਚੱਲਾਂਗੇ ਇਹਦੇ ਮੇਨ ਕਨਸੈਪਟ ਤੇ। ਇੱਕ ਬਹੁਤ ਵਧੀਆ ਤੇ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸੂਗਾ ਮੈਂ। ਚਲੋ ਹੁਣ ਚੱਲਦੇ ਆਪਾਂ ਅੱਗੇ। ਇੱਕ ਨੂਮੈਰਿਕ ਦਿੰਦਾ ਛੋਟਾ ਜਿਹਾ, ਠੀਕ ਹੈ, ਬਿਲਕੁਲ ਸੌਖਾ, ਦੇਖਣ ਚ ਐ ਲੱਗੂ ਪਤਾ ਨਹੀਂ ਕਿੱਡਾ ਕੁ ਔਖਾ। ਹੁਣ ਆਪਾਂ ਕੀ ਪਤਾ ਕਰਨਾ, ਕੈਲਕੂਲੇਟ ਕਰਨਾ, ਕੈਲਕੂਲੇਟ, ਠੀਕ ਹੈ, the molecular, I think थोड़ी मिस्टेक, हाँ कौन सही है, molecular mass, masses लिख देना क्योंकि ज़्यादा चीज़ां। ठीक है, फॉलोइंग ਹੇਠਾਂ ਦਿੱਤਿਆਂ ਦਾ ਮੋਲੀਕੂਲਰ ਮਾਸ ਪਤਾ ਕਰਨਾ ਹੈ, ਇਹਨਾਂ ਦਾ ਮੋਲੀਕੂਲਰ ਮਾਸ ਕੈਲਕੂਲੇਟ ਕਰਨਾ ਹੈ। ਠੀਕ ਹੈ, ਮਤਲਬ ਕੀ ਹੈ, ਇਹਨਾਂ ਦੀ ਪਲੱਸ ਕਰ ਦਿਓ, ਚੁੱਪ ਕਰਕੇ ਜਿੰਨੀਆਂ ਵੀ ਚੀਜ਼ਾਂ ਦਊਂਗਾ ਮੈਂ ਉਹਨਾਂ ਦੀ ਪਲੱਸ ਕਰ ਦਿਓ। ਪਹਿਲਾਂ ਇੱਕ ਦਾ ਕੱਢ ਲਿਓ, ਫਿਰ ਬਾਕੀਆਂ ਦੀ ਪਲੱਸ ਕਰ ਦਿਓ। ਲਓ ਆਪਣੇ ਕੋਲ ਕੀ ਹੈਗਾ, ਆਪਣੇ ਕੋਲ ਹੈਗਾ C10। ਠੀਕ ਹੈ, C ਨਹੀਂ 10 ਨਹੀਂ ਕਰਦੇ ਆਪਾਂ, C ਕਰ ਦਿੰਨੇ ਆਪਾਂ, C ਛੱਡੋ, ਤੁਹਾਨੂੰ ਮੈਂ ਜਿਹੜਾ ਕੀਤਾ ਆਪਾਂ ਉਹ ਲਿਖਾ ਦੇਣਾ। H5 ਹੈ, ਠੀਕ ਹੈ, ਤੇ O10 ਹੈ। ਇਹਨਾਂ ਦਾ ਆਪਾਂ ਪਤਾ ਕਰਨਾ ਮੋਲੀਕੂਲਰ ਮਾਸ, ਇਹਨਾਂ ਦਾ ਕੈਲਕੂਲੇਟਰ ਕਰਨਾ ਕਿ ਮੋਲੀਕੂਲਰ ਮਾਸ ਕਿੰਨਾ। ਹੁਣ ਦੇਖੋ ਇਹੀ ਕੁਐਸਚਨ ਜੇ ਤੁਹਾਨੂੰ ਬਿਨਾਂ ਕਨਸੈਪਟ ਸਮਝਾਏ ਮੈਂ ਦੇ ਦਿੰਦਾ, ਪੇਪਰ ਦੇ ਵਿੱਚ ਆ ਜਾਂਦਾ, ਫਿਰ ਤੁਸੀਂ ਕੀ ਕਹਿਣਾ ਸੀ, ਸਾਰਾ ਕੀ H5 ਹੈ, O10 ਹੈ, ਮੋਲੀਕੂਲਰ ਮਾਸ ਕੀ ਹੁੰਦਾ, ਇਹਨਾਂ ਨੂੰ ਪਤਾ ਕਿਵੇਂ ਕਰਨਾ। MCQ ਤਾਂ ਤੁਸੀਂ ਕਰਾਦੇ, ਥਿਊਰੀ ਦੱਸਦੇ ਨਹੀਂ ਪਏ, ਐਵੇਂ ਵਿਊ ਲਈ ਜੰਨੇ ਆ ਫ੍ਰੀ ਦੇ ਬੈਠੇ ਹੋਏ। ਨਹੀਂ, ਮੈਂ ਵਾਰ-ਵਾਰ ਇਹੀ ਕਨਸੈਪਟ ਕਹਿ ਰਿਹਾ ਕਿ ਪਹਿਲਾਂ ਚੱਜ ਨਾਲ ਉਹਨਾਂ ਦੀ ਥਿਊਰੀ ਪੜ੍ਹ ਲਓ, ਫਿਰ ਉਸ ਤੋਂ ਬਾਅਦ ਕਨਸੈਪਟ ਮੈਂ ਸਾਰੇ ਕਲੀਅਰ ਕਰਾ ਦੂੰਗਾ ਜੇ ਤੁਸੀਂ ਵਧੀਆ ਢੰਗ ਨਾਲ ਪੜ੍ਹੋਗੇ ਤਾਂ। ਕਿਉਂਕਿ ਦੇਖੋ ਇੱਕ ਚੀਜ਼ ਹੋਰ ਹੈ, ਤੁਸੀਂ ਅੱਗੇ ਜਾ ਕੇ ਟੀਚਰ ਬਣਨਾ। ਜੇ ਹੁਣ ਤੁਹਾਡੀ ਕਲਾਸ ਦੇ ਵਿੱਚ ਕੀ ਹੈ 50 ਬੱਚੇ ਹੈਗੇ ਆ, ਜੇ ਪੜ੍ਹਨਗੇ 5 ਤਾਂ ਤੁਹਾਨੂੰ 45 ਨੂੰ ਪੜਾਉਣ ਦਾ ਜੀ ਨਹੀਂ ਕਰਨਾ, ਫਿਰ ਤੁਸੀਂ ਉਹ 5 ਵੱਲ ਵੀ ਘੱਟ ਧਿਆਨ ਦੇਣ ਲੱਗ ਜਾਓ। ਇਹ ਓਬਵੀਅਸ ਜਿਹੜਾ ਨੇਚਰ ਹੈਗਾ ਹਿਊਮਨ ਦਾ। ਤਾਂ ਹੀ ਮੈਂ ਕਹਿ ਰਿਹਾ ਕਿ ਵਧੀਆ ਰਿਸਪੌਂਸ ਕਰਿਆ ਕਰੋ। ਦੇਖੋ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਪੇਡ ਦਿਓ ਮੈਨੂੰ, ਠੀਕ ਹੈ, ਮੈਂ ਕੋਈ ਨਹੀਂ ਕਹਿ ਰਿਹਾ ਕਿ ਲਾਈਕ ਸ਼ੇਅਰ ਕਮੈਂਟ ਕਰੋ ਨਾ ਕਰੋ, ਪਰ ਇੱਕ ਰਿਸਪੌਂਸ ਦਾ ਮਤਲਬ ਮੇਰਾ ਇਹ ਹੈ ਕਿ ਦੱਸ ਕੇ ਜਾਇਆ ਕਰੋ ਕਿ ਯੈਸ ਵਧੀਆ ਲੱਗਿਆ। ਇਹ ਨਹੀਂ ਵੀਡੀਓ ਦੇਖੀ ਚਲੋ ਬੰਦ ਕਰਤੀ। ਇੱਕ ਲਾਈਕ ਸ਼ੇਅਰ ਨਾ ਕਰੋ, ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਸਰ ਹਾਂਜੀ ਇਹ ਚੀਜ਼ ਸਾਨੂੰ ਸਮਝ ਨਹੀਂ ਆਈ ਜਾਂ ਸਮਝ ਆ ਗਈ, ਜਾਂ ਕਿਹੜੀ ਚੀਜ਼ ਮਾੜੀ ਹੈ ਕਿਹੜੀ ਚੀਜ਼ ਚੰਗੀ ਹੈ। ਇਹ ਚੀਜ਼ਾਂ ਜ਼ਰੂਰ ਦੱਸਿਆ ਕਰੋ। ਹਰ ਇੱਕ ਕਿਸੇ ਦੀ ਵੀ ਵੀਡੀਓ ਦੇਖਦੇ ਆ ਨਾ, ਇਕੱਲੇ ਸਾਡੀ ਨਹੀਂ, ਕਿਸੇ ਦੀ ਵੀ ਵੀਡੀਓ ਦੇਖਦੇ ਆ, ਕਿਉਂਕਿ ਉਹਦੇ ਨਾਲ ਕੀ ਹੁੰਦਾ, ਉਸ ਜਿਹੜਾ ਪਰਸਨ ਹੈ ਜਿਹੜਾ ਤੁਹਾਨੂੰ ਪੜ੍ਹਾ ਰਿਹਾ ਜਾਂ ਤੁਹਾਨੂੰ ਐਂਟਰਟੇਨ ਕਰ ਰਿਹਾ, ਉਸ ਚੀਜ਼ ਦਾ ਉਹਨੂੰ ਪਤਾ ਲੱਗਦਾ ਕਿ ਉਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਚਲੋ ਆਪਾਂ ਚੱਲਦੇ ਹਾਂ ਆਪਣੇ, ਇੰਨਾ ਟਾਈਮ ਬਹੁਤ ਹੈ ਜਿੰਨਾ ਤੁਹਾਨੂੰ ਮੈਂ ਗੱਲ ਕਰਕੇ ਕੀ ਇਹਦਾ ਆਨਸਰ ਦੇਤਾ ਹੁਣ। ਹੁਣ ਪਹਿਲਾਂ ਆਪਾਂ ਕਰਨਾ H5 ਦਾ। ਇੱਕ ਹਾਈਡਰੋਜਨ ਦਾ ਜਿਹੜਾ ਰਿਲੇਟਿਵ ਐਟੋਮਿਕ ਮਾਸ ਕਿੰਨਾ 1U, ਤੇ ਪੰਜਾਂ ਦਾ ਕਿੰਨਾ ਹੋਊਗਾ 5U। ਇੱਕ ਆਕਸੀਜਨ ਦਾ ਐਟੋਮਿਕ ਮਾਸ ਕਿੰਨਾ 16U, ਤੇ 10 ਦਾ ਕਿੰਨਾ ਹੋਊਗਾ 160U। ਤਾਂ 5 ਤੇ 160 ਕਿੰਨਾ ਬਣ ਗਿਆ ਆਪਣੇ ਕੋਲੇ 165U। ਉਹ ਆਪਣਾ ਕੀ ਆ ਗਿਆ, ਆਨਸਰ ਆ ਗਿਆ। ਇਹਦੇ ਵਿੱਚ ਕੀ ਕਰਨਾ ਸੀ ਮੈਨੂੰ ਹੋਰ ਦੱਸੋ, ਕੁਛ ਕਰਨ ਵਾਲਾ ਹੈਗਾ ਸੀ ਇਹਦੇ ਵਿੱਚ? ਕੁਛ ਵੀ ਨਹੀਂ ਕਰਨ ਵਾਲਾ ਸੀ ਇਹਦੇ ਵਿੱਚ, ਠੀਕ ਹੈ, ਕੁਛ ਵੀ ਨਹੀਂ ਕਰਨ ਵਾਲਾ ਸੀ, ਸਿਰਫ 165 ਆਨਸਰ ਆ ਗਿਆ। ਆਈ ਥਿੰਕ ਕਲੀਅਰ ਹੋ ਗਿਆ ਉਹਨੇ ਕਨਸੈਪਟ ਤੁਹਾਨੂੰ। ਇੱਕ ਛੋਟੀ ਚੀਜ਼ ਦੱਸਣ ਵਾਲਾ ਮੈਂ, ਬਹੁਤ ਵਧੀਆ ਚੀਜ਼ ਹੈ, ਤੇ ਆਈ ਥਿੰਕ 27-28 ਮਿੰਟ ਹੋ ਗਏ। ਉਹ ਚੀਜ਼ ਸੁਣ ਲਓ, ਉਸ ਤੋਂ ਬਾਅਦ ਫਿਰ ਨੈਕਸਟ ਲੈਕਚਰ ਤੁਹਾਨੂੰ ਸਮਝ ਆਊਗਾ ਕਿ ਆਪਾਂ ਕਰਨਾ ਕੀ ਹੈ ਤੇ ਕਿਵੇਂ ਅੱਗੋਂ ਚੱਲਣ ਵਾਲਾ ਇਹ ਚੈਪਟਰ। ਬਸ ਸਮਝੋ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਕ ਅੱਧਾ ਲੈਕਚਰ ਹੋਰ ਹੈ ਤਾਂ ਸਫੀਸ਼ੀਐਂਟ ਹੋਊਗਾ, ਫਿਰ ਆਪਾਂ MCQ ਕਰ ਲਾਂਗੇ। ਠੀਕ ਹੈ, ਚਲੋ ਇੱਕ ਚੀਜ਼ ਦੇਖੋ, ਹੁਣ ਮੈਂ ਤੁਹਾਨੂੰ ਚੀਜ਼ ਦੱਸਣ ਲੱਗਿਆ ਬਹੁਤ ਵਧੀਆ। ਆਪਾਂ ਕੀ ਪੜ੍ਹੀ ਜਾਂਦੇ ਆ, ਧਿਆਨ ਨਾਲ ਸੁਣ ਲਿਓ, ਸਾਰੇ ਕਮੈਂਟ ਆਫ ਕਰ ਦਿਓ, ਸਾਰੇ ਬੱਚੇ ਜਿਹੜਾ ਕੁਝ ਲਿਖ ਰਿਹਾ ਉਹਨੂੰ ਬੰਦ ਕਰ ਦਿਓ, ਸਿਰਫ ਸਮਝ ਲਓ। ਇਸ ਚੀਜ਼ ਨੂੰ ਲਿਖਣਾ ਤਾਂ ਬਾਅਦ ਚੋਂ ਲਿਖ ਲਿਓ, ਪਹਿਲਾਂ ਸਮਝ ਲਓ। ਹੁਣ ਦੇਖੋ ਐਟਮ ਹੈ, ਐਟਮ ਨੂੰ ਕੀ ਮੰਨਿਆ ਜਾਂਦਾ ਹੈ ਕਿ ਸਭ ਤੋਂ ਛੋਟਾ ਇਹ ਪਾਰਟੀਕਲ ਹੈ। ਠੀਕ ਹੈ, ਸਭ ਤੋਂ ਛੋਟਾ ਪਾਰਟੀਕਲ ਹੈ ਜਿਹੜਾ ਕੀ ਬਣਾਉਂਦਾ ਹੈ, ਮੈਟਰ ਬਣਾਉਂਦਾ। ਇਹੀ ਚੀਜ਼ ਕਹਿੰਦੇ ਆ ਨਾ ਆਪਾਂ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ ਐਟਮ ਦੇ ਕਿੰਨੇ ਸਬ ਪਾਰਟੀਕਲ ਹੈ, ਤਾਂ ਤੁਸੀਂ ਕੀ ਕਹੋਗੇ 3 ਸਬ ਪਾਰਟੀਕਲ ਹੈ। ਮਤਲਬ ਇਹਨੂੰ ਹੋਰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡਿਆ ਹੋਇਆ, ਐ ਮੰਨ ਲਓ। ਠੀਕ ਹੈ, ਇਹਨੂੰ ਹੋਰ ਕੀ ਹੈ, ਛੋਟੀਆਂ ਛੋਟੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ, ਉਹ ਹੈ 3 ਮੇਨ ਚੀਜ਼ਾਂ ਉਹ। ਠੀਕ ਹੈ, ਕਿਹੜੀਆਂ ਕਿਹੜੀਆਂ ਹੈਗੀਆਂ ਆਪਣੇ ਕੋਲੇ, ਕਿਹੜੀਆਂ ਕਿਹੜੀਆਂ ਮੰਨ ਲਓ ਕਿ ਤੁਸੀਂ ਕਿਹੜੀਆਂ ਹੈਗੀਆਂ ਆਪਣੇ ਕੋਲੇ, ਉਹ ਹੈਗੀ ਹੈ ਨਿਊਟਰੋਨ। ਠੀਕ ਹੈ, ਹੁਣ ਉਸ ਤੋਂ ਬਾਅਦ ਕੀ ਹੈ, ਆਈ ਥਿੰਕ E ਨਹੀਂ ਪੈਣੀ ਇਹਦੇ ਵਿੱਚ,
ਫਿਰ ਵੀ ਆਪਾਂ ਕੋਈ ਗੱਲ ਨਹੀਂ, ਨਿਊਟਰੋਨ ਨਾਲ ਆਪਣੇ ਕੋਲ ਕੀ ਹੈਗਾ, ਪ੍ਰੋਟੋਨ, ਧਿਆਨ ਨਾਲ ਸਮਝ ਲਿਓ, ਮੈਂ ਵਾਰ-ਵਾਰ ਰਿਕੁਐਸਟ ਹੀ ਕਰ ਰਿਹਾ, ਇਲੈਕਟ੍ਰੋਨ। ਲਓ, ਇਹ ਤਿੰਨ ਚੀਜ਼ਾਂ, ਤਿੰਨ ਸਬ ਪਾਰਟੀਕਲ ਹੈ, ਕਿੰਦੇ ਆ ਇਹ ਹੈਗੇ ਆ ਤਿੰਨੋਂ ਐਟਮ ਦੇ। ਕਿੰਦੇ ਸਬ ਪਾਰਟੀਕਲ ਹੈ, ਐਟਮ ਦੇ ਸਬ ਪਾਰਟੀਕਲ। ਹੁਣ ਦੇਖੋ ਐਟਮ ਦੇ ਵਿੱਚ ਤਿੰਨ ਚੀਜ਼ਾਂ ਆ ਗਈਆਂ, ਜੇ ਤਿੰਨ ਚੀਜ਼ਾਂ ਹੈਗੀਆਂ ਇਹਨਾਂ ਦਾ ਕੰਮ ਵੀ ਕੋਈ ਨਾ ਕੋਈ ਹੋਊਗਾ। ਹੁਣ ਇਹਨਾਂ ਦਾ ਕੰਮ ਕੀ ਆ, ਦੇਖੋ ਆਪਣੇ ਕੋਲ ਮੈਂ ਤੁਹਾਨੂੰ ਬਣਾ ਦੇਣਾ, ਇਹ ਆਪਣੇ ਕੋਲ ਕੀ ਹੈ, ਇੱਕ ਐਟਮ ਹੈ ਛੋਟਾ ਜਿਹਾ, ਇਹਦੇ ਵਿੱਚ ਨਾ ਇੱਕ ਚੀਜ਼ ਹੈ ਸੈਂਟਰ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਹਾਂ ਨਿਊਕਲੀਅਸ। ਠੀਕ ਹੈ, ਇਹ ਹੁੰਦਾ ਨਿਊਕਲੀਅਸ। ਜਿਵੇਂ ਕਹਿ ਲਓ ਕਿ ਮੰਨ ਕੇ ਚਲੋ ਦਿਲ ਹੈ ਇਹਦਾ, ਐਟਮ ਦਾ ਹੀ ਦਿਲ ਹੈ। ਠੀਕ ਹੈ, ਐਟਮ ਦਾ ਦਿਲ ਨਿਊਕਲੀਅਸ ਹੈ। ਵੈਸੇ ਤੁਹਾਨੂੰ ਦੱਸ ਰਿਹਾ ਕਿ ਇਹਨੂੰ ਐ ਯਾਦ ਰੱਖ ਲਓ ਕਿ ਐਟਮ ਦਾ ਦਿਲ ਹੈ ਜਿਹੜਾ ਨਿਊਕਲੀਅਸ ਹੈ, ਸੈਂਟਰ ਦੇ ਵਿੱਚ ਵਿਚਾਲੇ ਹੁੰਦਾ ਐਟਮ ਦੇ। ਹੁਣ ਦੇਖੋ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਐਟਮ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ, ਤਿੰਨ ਮੇਨ ਚੀਜ਼ਾਂ ਹੁੰਦੀਆਂ। ਸੁਣੀ ਮੈਂ ਕੀ ਕਹਿਣ ਜਾ ਰਿਹਾ, ਮੈਂ ਰਿਪੀਟ ਵੀ ਕਰ ਦੂੰਗਾ, ਪਰ ਪਹਿਲਾਂ ਧਿਆਨ ਨਾਲ ਫੋਕਸ ਕਰੋ। ਤਿੰਨ ਚੀਜ਼ਾਂ ਹੁੰਦੀਆਂ ਨਾ। ਹੁਣ ਦੇਖੋ ਐਟਮ ਦੇ ਵਿੱਚ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਹੁੰਦੀਆਂ। ਠੀਕ ਹੈ, ਕਿਹੜੀਆਂ ਕਿਹੜੀਆਂ ਦੋ ਹੁੰਦੀਆਂ, ਇੱਕ ਹੁੰਦਾ ਆਪਣੇ ਕੋਲੇ ਨਿਊਟਰੋਨ, ਇੱਕ ਹੁੰਦਾ ਪ੍ਰੋਟੋਨ। ਇਹ ਦੋਨੋਂ ਕਿੱਥੇ ਹੁੰਦੇ ਐਟਮ ਦੇ ਵਿੱਚ, ਇਹ ਹੁੰਦੇ ਆ ਨਿਊਕਲੀਅਸ ਦੇ ਵਿੱਚ। ਇੰਨਾ ਵੈਸੇ ਡਿਟੇਲ 'ਚ ਤੁਹਾਨੂੰ ਕਹਿ ਲਓ ਪੁੱਛਦੇ ਨਹੀਂ, ਪਰ ਜੇ ਬਾਈ ਚਾਂਸ ਪੁੱਛਿਆ ਵੀ ਜਾਵੇ, ਕਿਉਂਕਿ ਸਾਇੰਸ ਨੂੰ ਔਖਾ ਕਰਨ ਦੀ ਕੋਸ਼ਿਸ਼ ਕਰ ਵੀ ਸਕਦੇ ਆ ਇਸ ਸਾਲ। ਹੁਣ ਦੇਖੋ ਤੁਹਾਨੂੰ ਆਪਸ਼ਨ ਕੁਐਸਚਨ ਕੀ ਆਊਗਾ ਕਿ ਐਟਮ ਵਿੱਚ ਕਿੰਨੇ ਸਬ ਪਾਰਟੀਕਲ ਹੁੰਦੇ ਆ, ਤਿੰਨ ਐਟਮ ਦੇ। ਹੁਣ ਦੇਖੋ ਇਹ ਪੁੱਛ ਲੈਣਗੇ ਕਿ ਪ੍ਰੋਟੋਨ ਤੇ ਇਲੈਕਟ੍ਰੋਨ, ਸੌਰੀ ਪ੍ਰੋਟੋਨ ਤੇ ਨਿਊਟਰੋਨ ਜਿਹੜੇ ਕਿੱਥੇ ਮੌਜੂਦ ਹੁੰਦੇ ਆ ਐਟਮ ਦੇ ਵਿੱਚ, ਤਾਂ ਤੁਸੀਂ ਵਿੱਚ ਇਹ ਕਹਿ ਦੋਗੇ, ਥੱਲੇ ਆਪਸ਼ਨ ਦਿੱਤੀ ਹੋਗੀ ਐਟਮ 'ਚ। ਜਿਹੜੇ ਬੱਚੇ ਨੇ ਨਹੀਂ ਪੜਿਆ ਤਾਂ ਉਹ ਐਟਮ ਗਲਤ ਹੋ ਜੂ, ਉੱਥੇ ਲਿਖਿਆ ਉਹ ਨਿਊਕਲੀਅਸ, ਤਾਂ ਆਪਣਾ ਰਾਈਟ ਆਨਸਰ ਕੀ ਹੋਊਗਾ, ਨਿਊਕਲੀਅਸ ਦੇ ਵਿੱਚ ਹੁੰਦੇ ਆ, ਐਟਮ ਦੇ ਨਿਊਕਲੀਅਸ ਦੇ ਵਿੱਚ ਹੁੰਦੇ ਆ ਨਿਊਟਰੋਨ ਤੇ ਪ੍ਰੋਟੋਨ। ਇੰਨਾ ਕਲੀਅਰ ਹੋ ਗਿਆ। ਹੁਣ ਤੁਸੀਂ ਪੁੱਛੋਗੇ ਸਰ ਇਲੈਕਟ੍ਰੋਨ ਕਿੱਥੇ ਹੁੰਦੇ ਆ, ਦੇਖੋ ਐਟਮ ਹੈ ਨਾ ਜਿਹੜਾ ਨਿਊਕਲੀਅਸ ਦਾ, ਤੁਹਾਨੂੰ ਮੈਂ ਦੱਸਤਾ ਆ ਨਿਊਕਲੀਅਸ ਹੈ, ਇਹਦੇ ਨਾ ਆਸ-ਪਾਸ ਛੋਟੇ ਛੋਟੇ ਪੁਆਇੰਟ ਉੱਡੇ ਫਿਰਦੇ ਹੁੰਦੇ ਆ ਹਵਾ ਦੇ ਵਿੱਚ, ਐ ਲਾ ਲਓ। ਠੀਕ ਹੈ, ਇਹਨਾਂ ਨੂੰ, ਇਹਨਾਂ ਪੁਆਇੰਟ ਨੂੰ ਆਪਾਂ ਕਹਿੰਦੇ ਆ એનર્ਜੀ ਸ਼ੈਲ। ਠੀਕ ਹੈ, ਬਹੁਤ ਵਧੀਆ ਚੀਜ਼ ਦੱਸਣ ਜਾ ਰਿਹਾ ਮੈਂ, ਜੇ ਧਿਆਨ ਨਾਲ ਸਮਝੋਗੇ ਤਾਂ। ਇਹਨਾਂ ਜਿਹੜੇ ਨਿੱਕੇ ਨਿੱਕੇ ਪੁਆਇੰਟ ਹੁੰਦੇ ਆ ਨਾ ਐਟਮ ਦੇ ਵਿੱਚ, ਇਹਨਾਂ ਪੁਆਇੰਟਸ ਨੂੰ ਕੀ ਕਹਿੰਦੇ ਆ, ਇਹਨਾਂ ਨੂੰ ਕਹਿੰਦੇ ਆ એનર્ਜੀ ਸ਼ੈਲ। ਸ਼ੈਲ, ਸ਼ੈਲ ਹੁੰਦਾ ਮਤਲਬ ਕਿਸੇ ਚੀਜ਼ ਨੂੰ ਆਪਾਂ ਕਵਰ ਕਰ ਦਿੰਦੇ ਆ ਨਾ, ਜਦੋਂ ਉਹਦਾ ਸ਼ੈਲ ਬਣ ਜਾਂਦਾ। ਠੀਕ ਹੈ, ਇਹਨਾਂ ਸ਼ੈਲਸ ਦੇ ਵਿੱਚ ਹੁੰਦੇ ਆ ਇਲੈਕਟ੍ਰੋਨਸ। ਠੀਕ ਹੈ, ਇਹਨਾਂ ਸ਼ੈਲਸ ਦੇ ਵਿੱਚ ਕੀ ਹੁੰਦਾ, ਇਲੈਕਟ੍ਰੋਨ ਹੁੰਦੇ ਆ। ਦੁਬਾਰਾ ਫਿਰ ਸੁਣ ਲਓ, ਐਟਮ ਦੇ ਵਿੱਚ ਨਿਊਕਲੀਅਸ ਹੁੰਦਾ, ਨਿਊਕਲੀਅਸ ਦੇ ਵਿੱਚ ਆ ਦੋ ਚੀਜ਼ਾਂ ਹੁੰਦੀਆਂ, ਨਿਊਟਰੋਨ ਤੇ ਪ੍ਰੋਟੋਨ, ਤੇ ਇਹਨਾਂ ਵਿੱਚ ਹੁੰਦੇ ਆ એનર્ਜੀ ਸ਼ੈਲ ਜਿਹੜੇ ਆਸ-ਪਾਸ ਹੁੰਦੇ ਇਹਨਾਂ ਦੇ, ਉਹਨਾਂ ਦੇ ਵਿੱਚ ਹੁੰਦੇ ਆ ਇਲੈਕਟ੍ਰੋਨ। ਠੀਕ ਹੈ, ਹੁਣ ਵੇਖੋ, ਹੁਣ ਮੰਨ ਕੇ ਚੱਲੋ ਕਿ ਜਿਹੜਾ ਪ੍ਰੋਟੀਨ ਹੁੰਦਾ ਨਾ, ਪ੍ਰੋਟੋਨ ਹੈ ਸੌਰੀ, ਇਹ ਠੀਕ ਹੈ, ਪ੍ਰੋਟੋਨ, ਪ੍ਰੋਟੋਨ ਤੇ ਇਲੈਕਟ੍ਰੋਨ, ਇਹ ਦੋਨੋਂ ਕੰਮ ਕੀ ਕਰਦੇ ਆ, ਇਹ ਜਿਹੜਾ ਐਟਮ ਹੈ ਨਾ ਉਹਨੂੰ એનર્ਜੀ ਪ੍ਰੋਵਾਈਡ ਕਰਦੇ ਆ। ਠੀਕ ਹੈ, ਹੁਣ ਦੇਖੋ ਮੰਨ ਕੇ ਚੱਲੋ ਇੱਕ ਆਪਣੇ ਕੋਲ ਹੈਗਾ ਰਿਮੋਟ, ਟੀਵੀ ਦਾ ਰਿਮੋਟ ਹੈ। ਠੀਕ ਹੈ, ਰਿਮੋਟ ਦੇ ਵਿੱਚ ਕੀ ਹੈ, ਸੈੱਲ ਪਾਤੇ ਆਪਾਂ, ਐਟਮ ਨੂੰ ਮੰਨ ਲਓ ਇਹ ਸੈੱਲ ਹੀ ਹੈ। ਠੀਕ ਹੈ, ਆ ਐਟਮ ਹੈ ਆਪਣਾ, ਉਹਦੇ ਵਿੱਚ ਸੈੱਲ ਪਾਤੇ, ਇਹ ਕਿਹਨੂੰ એનર્ਜੀ ਦੇ ਰਹੇ ਆ, ਰਿਮੋਟ ਨੂੰ ਦੇ ਰਹੇ ਆ ਨਾ, ਸੈੱਲ। ਸੈੱਲ ਦੇ ਵਿੱਚ ਚਾਰਜ ਹੁੰਦਾ ਜਿਹੜਾ ਸੈੱਲ ਨੂੰ ਕੰਮ ਕਰਨ ਲਈ ਤਿਆਰ ਕਰਦਾ। ਕਿਹੜਾ ਚਾਰਜ ਹੁੰਦਾ, ਇੱਕ ਹੁੰਦਾ ਪੋਜ਼ਿਟਿਵ ਤੇ ਇੱਕ ਹੁੰਦਾ ਨੈਗੇਟਿਵ। ਹੁਣ ਉਵੇਂ ਹੀ ਹੈ ਕਿ ਐਟਮ ਦੇ ਵਿੱਚ ਕਿਹੜਾ ਚਾਰਜ ਚੱਲੀ ਜਾਂਦਾ, ਉਹ ਚੱਲੀ ਜਾਂਦਾ ਪੋਜ਼ਿਟਿਵ ਤੇ ਨੈਗੇਟਿਵ। ਹੁਣ ਪੋਜ਼ਿਟਿਵ ਕਿੰਦੇ ਤੇ ਆ ਤੇ ਨੈਗੇਟਿਵ ਕਿੰਦੇ ਤੇ ਆ, ਪ੍ਰੋਟੋਨ ਤੇ ਹੁੰਦਾ ਪੋਜ਼ਿਟਿਵ ਚਾਰਜ ਤੇ ਇਲੈਕਟ੍ਰੋਨ ਤੇ ਹੁੰਦਾ ਨੈਗੇਟਿਵ ਚਾਰਜ। ਇਹਨਾਂ ਪਤਾ ਲੱਗ ਗਿਆ। ਹੁਣ ਇਹ ਦੋਨੋਂ ਕੰਮ ਕੀ ਕਰਦੇ ਆ, ਐਟਮ ਨੂੰ એનર્ਜੀ ਦਿੰਦੇ ਆ। ਹੁਣ ਬਹੁਤ ਸਾਰੇ ਬੱਚੇ ਆਪਣੇ ਪਤਾ ਕੀ ਆ ਚੱਲਦਾ ਕੀ ਰਹਿੰਦਾ, ਮੈਂਟਲ ਲੈਵਲ ਆਪਣਾ ਕਿੱਥੋਂ ਤੱਕ ਕਹਿ ਲਓ ਕਿ ਆਪਾਂ ਨੂੰ ਲੈ ਜਾਂਦਾ, ਜਦੋਂ ਆਪਾਂ ਬਹੁਤ ਜ਼ਿਆਦਾ ਕਹਿ ਲਓ ਕਿ ਪੜ੍ਹਾਈ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ। ਇਹ ਨਹੀਂ ਸਭ, ਕਈ ਬੱਚੇ ਹੁਣ ਮੰਨ ਕੇ ਚੱਲੋ, ਮੰਨ ਲਓ 500 ਬੱਚਿਆਂ ਨੇ ਵੀਡੀਓ ਦੇਖੀ ਹੈ, ਵਿੱਚੋਂ 10 ਜਾਂ 15 ਬੱਚੇ ਤਾਂ ਇਹੋ ਜਿਹੇ ਹੋਣੇ ਜਿਹੜੀ ਚੀਜ਼ ਮੈਂ ਸਮਝਾ ਰਿਹਾ ਉਹਦੇ ਵੱਲ ਘੱਟ ਧਿਆਨ, ਤੇ ਹੁਣ ਉਹ ਇਹ ਸੋਚੀ ਜਾਂਦੇ ਹੋਣੇ ਆ ਪ੍ਰੋਟੋਨ ਦੇ ਤਾਂ ਪਲੱਸ ਹੋ ਗਿਆ, ਇਲੈਕਟ੍ਰੋਨ ਤੇ ਮਾਈਨਸ ਹੋ ਗਿਆ, ਤੇ ਤੀਜੇ ਤੇ ਕੀ ਹੋਊਗਾ। ਮੈਂ ਇੱਥੇ ਇਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਡਿਟੇਲ ਕਰ ਦੇਣ ਵਾਸਤੇ ਹੀ ਬੈਠਾ, ਕੋਈ ਵੀ ਕੁਐਸਚਨ ਨਹੀਂ ਰਹਿਣ ਦਊਂਗਾ ਤੁਹਾਡਾ। ਸਿਰਫ ਤੁਸੀਂ ਮੈਨੂੰ ਕੀ ਦੇਣਾ, ਆਪਣਾ ਜਿਹੜਾ ਕੀਮਤੀ ਸਮੇਂ ਦੇ ਰਹੇ ਹੋ ਉਹੀ ਦੇਣਾ, ਬਸ ਹੋਰ ਕੁਝ ਵੀ ਨਹੀਂ ਲੈਣਾ। ਠੀਕ ਹੈ, ਨਾ ਕਰੋ ਲਾਈਕ, ਨਾ ਕਰੋ ਸ਼ੇਅਰ, ਸਿਰਫ ਟਾਈਮ ਦਿਓ। ਤੁਹਾਨੂੰ ਗਰੰਟੀ ਮੇਰੀ ਹੈ ਕਿ ਸਾਇੰਸ ਨੂੰ ਐ ਹੋ ਜਾਊਗਾ ਕਿ ਤੁਹਾਨੂੰ ਪੰਜਾਬੀ ਵਾਂਗੂ ਲੱਗਣ ਲੱਗ ਜੂਗੀ। ਚਲੋ
ਹੁਣ ਦੇਖੋ ਪ੍ਰੋਟੋਨ ਪਲੱਸ ਕਰਦਾ, ਇਲੈਕਟ੍ਰੋਨ ਕੀ ਕਰਦਾ, ਮਾਈਨਸ ਕਰਦਾ। ਇਹ ਤਾਂ ਦੱਸ ਰਿਹਾ ਕਿਉਂਕਿ ਇਹ ਕੱਲ ਵਾਲੇ ਲੈਕਚਰ ਤੁਹਾਨੂੰ ਇੰਨੇ ਕੰਮ ਆਉਣ ਵਾਲੇ ਆ, ਤੁਸੀਂ ਖੁਦ ਕਹੋਗੇ ਪ੍ਰੋਟੋਨ ਤੇ ਇਲੈਕਟ੍ਰੋਨ। ਹੁਣ ਦੇਖੋ ਅੱਗੋਂ, ਹੁਣ ਨਿਊਟਰੋਨ ਤੇ ਵੀ ਆ ਜਾਂਦੇ ਆ। ਨਿਊਟਰੋਨ ਦਾ ਕੰਮ ਹੁੰਦਾ ਜਿਹੜੇ ਇਲੈਕਟ੍ਰੋਨ ਤੁਰੇ ਨਹੀਂ ਫਿਰਦੇ ਹੁੰਦੇ ਆਸੇ-ਪਾਸੇ, ਜਾਂ ਜਿਹੜੇ એનર્ਜੀ ਸ਼ੈਲ ਤੁਰੇ ਫਿਰਦੇ ਹੁੰਦੇ ਆਸੇ-ਪਾਸੇ, ਉਹਨਾਂ ਨੂੰ ਇਹ ਕੰਟਰੋਲ ਕਰਦਾ। ਠੀਕ ਹੈ, ਹੁਣ ਦੇਖੋ ਨਹੀਂ ਤਾਂ ਇਹ ਐਟਮ ਦੇ ਵਿੱਚੋਂ ਬਾਹਰ ਆ ਜਾਣਗੇ, ਇਹ ਕਹਿਣਗੇ ਜੀ ਅਸੀਂ ਤਾਂ ਆਪਦਾ ਚੱਲੇ, ਤੁਸੀਂ ਦੋਵੇਂ ਇਕੱਠੇ ਆ, ਮੈਨੂੰ ਇਕੱਲੇ ਛੱਡਿਆ ਹੋਇਆ ਤੇ ਮੈਂ ਤੁਹਾਡੇ ਨਾਲ ਕਿਉਂ ਰਵਾਂ, ਮੈਂ ਜਾਣਾ ਹੋਰ ਪਾਸੇ। ਠੀਕ ਹੈ, ਫਿਰ ਇਹਨੂੰ ਸਾਥ ਕੌਣ ਦਿੰਦਾ, ਉਹ ਨਿਊਟਰੋਨ ਸਾਥ ਦਿੰਦੇ ਆ। ਉਹ ਕਹਿਣਗੇ ਕੋਈ ਨਹੀਂ ਅਸੀਂ ਤੇਰੇ ਨਾਲ ਹੀ ਆ। ਠੀਕ ਹੈ, ਇਹਨਾਂ ਦੀ ਵੀ ਕੈਪੈਸਿਟੀ ਹੁੰਦੀ ਹੈ ਕਿੰਨੇ ਇਹ ਇਲੈਕਟ੍ਰੋਨ ਨੂੰ ਸੰਭਾਲ ਕੇ ਰੱਖ ਸਕਦੇ ਆ, ਉਹ ਚੀਜ਼ਾਂ ਮੈਂ ਤੁਹਾਨੂੰ ਕਾਰਬਨ ਵਾਲੇ ਚ ਦੱਸੂਗਾ। ਹੁਣ ਚੱਲਦੇ ਆਪਾਂ ਅੱਗੇ। ਜਿਹੜੀ ਚੀਜ਼ ਅੱਜ ਮੈਂ ਕਰਾਣੀ ਸੀ ਉਹ ਸਫੀਸ਼ੀਐਂਟ ਸੀ। ਹੁਣ ਇੱਕ ਇੰਨੀ ਇੰਪੋਰਟੈਂਟ ਤੇ ਵਧੀਆ ਚੀਜ਼ ਦੱਸਣ ਜਾ ਰਹੇ ਹਾਂ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ, ਉਹ ਖੁਦ ਤੁਸੀਂ ਯਾਦ ਕਰੋਗੇ ਕਿ ਵਾਕਈ ਚੀਜ਼ ਹੈ। ਚਲੋ ਹੁਣ ਇੱਕ ਸਲਾਈਡ ਤੇ ਮੈਂ ਤੁਹਾਨੂੰ ਬਹੁਤ ਚੀਜ਼ਾਂ ਲਿਖੀਆਂ ਸੀ, ਲਓ। ਹੁਣ ਬਹੁਤ ਸਾਰੇ ਜਦੋਂ ਜਵਾਕਾਂ ਦੇ ਸਾਹਮਣੇ ਗਈ ਹੋਣੀ ਇਹ ਚੀਜ਼, ਉਹਨਾਂ ਨੇ ਕਿਹਾ ਹੋਣਾ ਸਰ ਆ ਕੀ ਲੈ ਆਂਦਾ, ਪਰ ਇਹ ਚੀਜ਼ ਹੁਣ ਤੁਹਾਨੂੰ ਸਮਝ ਆਉਣ ਲੱਗ ਗਈ ਹੈ। ਹੁਣ ਦੇਖੋ ਤੁਹਾਨੂੰ ਉੱਥੇ ਸਾਇੰਸ ਦੇ ਵਿੱਚ ਕੁਐਸਚਨ ਆਊਗਾ ਕਿ ਫਾਦਰ ਜਾਂ ਫਾਊਂਡਰ ਆਫ ਇਲੈਕਟ੍ਰੋਨ ਕੌਣ ਹੈ। ਇਲੈਕਟ੍ਰੋਨ ਬਾਰੇ ਮੈਂ ਤਾਂ ਹੀ ਪੜਾਇਆ ਕਿ ਤੁਹਾਨੂੰ ਹੁਣ ਤੁਸੀਂ ਫਰੈਂਡਲੀ ਹੋਗੇ ਇਹਨਾਂ ਚੀਜ਼ਾਂ ਨਾਲ। ਇਲੈਕਟ੍ਰੋਨ ਕੀ ਹੈ, ਪ੍ਰੋਟੋਨ ਕੀ ਹੈ, ਨਿਊਟਰੋਨ ਕੀ ਹੈ, ਲਿਆ ਈ ਆਊਗੀ ਵਿੱਚ। ਠੀਕ ਹੈ, ਸੌਰੀ NEUTRON, ਜਿਹੜਾ ਮੈਂ ਪਹਿਲਾਂ ਸਪੈਲਿੰਗ ਲਿਖੀ ਸੀ ਉਹ ਸਹੀ ਸੀ। ਚਲੋ ਸਪੈਲਿੰਗ ਕਰੈਕਟ ਹੈ। ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ, ਇਹ ਕਿੰਨਾ ਹਿੱਸਾ ਤਿੰਨੋਂ, ਇਹ ਹਿੱਸੇ ਹੈ ਐਟਮ ਦੇ। ਉਹਨੇ ਮੈਂ ਲਿਖਿਆ ਕਿ ਇਹ ਜ਼ਿਆਦਾ ਨਾ ਪੜੋ, ਜਿਹੜੀਆਂ ਚੀਜ਼ਾਂ ਮੈਂ ਦੱਸਣ ਜਾ ਰਿਹਾ ਉਹਨਾਂ ਤੇ ਧਿਆਨ ਰੱਖਿਓ, ਤੁਹਾਨੂੰ ਸਾਰੇ ਯਾਦ ਹੋ ਜਾਣਗੇ। ਚਲੋ ਛੱਡ ਦੋ ਇਹ ਵੀ ਭਲਾਂ ਦੀ, ਇਹ ਵੀ ਛੱਡ ਦੋ ਭਲਾਂ ਦੀ, ਕਿਉਂਕਿ ਜਿੰਨਾ ਜ਼ਿਆਦਾ ਈਅਰ ਤੇ ਉਹਨਾਂ ਤੇ ਫੋਕਸ ਕਰੋਗੇ, ਆਪਾਂ ਐਂਡ ਤੇ ਕਰਾਂਗੇ ਜਦੋਂ ਤੁਹਾਡਾ ਪੇਪਰ 'ਚ ਹਫਤਾ 10 ਦਿਨ ਰਹਿ ਗਏ। ਹੁਣ ਦੇਖੋ ਜੇ ਤੁਹਾਨੂੰ ਪੁੱਛ ਲੈਣ ਕਿ ਫਾਦਰ ਆਫ ਇਲੈਕਟ੍ਰੋਨ ਕੌਣ ਹੈ, ਫਾਊਂਡਰ ਆਫ ਇਲੈਕਟ੍ਰੋਨ ਕੌਣ ਹੈ, ਉਹ ਹੈਗੇ ਜੋਸਫ ਜੌਨ ਥੌਮਸਨ। ਠੀਕ ਹੈ, ਉਹਨਾਂ ਨੇ ਕਦੋਂ ਫਾਊਂਡ ਕੀਤਾ ਸੀ ਇਹਨੂੰ, 1897 ਦੇ ਵਿੱਚ। ਹੁਣ ਅੱਗੋਂ ਕੀ ਹੈ, ਫਾਊਂਡਰ ਆਫ ਪ੍ਰੋਟੋਨ ਕੌਣ ਹੈ, ਐਰਨੈਸਟ ਰਥਰਫੋਰਡ। ਰਥਰਫੋਰਡ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੋਣਾ, ਪਰ ਇੱਥੇ ਇਹਨਾਂ ਦਾ ਕਈ ਵਾਰੀ ਸਪੈਲਿੰਗ ਲਿਖਿਆ ਹੁੰਦਾ ਈ ਰਥਰਫੋਰਡ। ਮੈਂ ਸਪੈਲਿੰਗ ਤਾਂ ਪੂਰੇ ਲਿਖਿਆ, ਕਈ ਵਾਰੀ ਪੂਰਾ ਵੀ ਲਿਖਿਆ ਜਾਂਦਾ, ਤਾਂ ਈ ਰਥਰਫੋਰਡ ਵੀ ਆਪਸ਼ਨ ਦੇ ਵਿੱਚ ਹੋਊਗਾ, ਉਹ ਰਾਈਟ ਆਪਣੀ। ਠੀਕ ਹੈ, ਇਹਨਾਂ ਨੇ ਫਾਊਂਡ ਕਦੋਂ ਕੀਤਾ ਸੀ, 1909 ਦੇ ਵਿੱਚ। ਇੱਕ ਚੀਜ਼ ਦੱਸੂਗਾ, ਉਹ ਸੁਣ ਕੇ ਤੁਸੀਂ ਕਹੋਗੇ ਸਰ ਸੱਚੀ। ਹੁਣ ਦੇਖੋ ਨਿਊਟਰੋਨ ਨੂੰ ਕਿੰਨੇ ਫਾਈਂਡ ਕੀਤਾ ਸੀ, ਜੇਮਸ ਚੈਡਵਿਕ ਨੇ। ਇਹਨੂੰ ਕਦੋਂ ਕੀਤਾ ਸੀ, 1932 ਦੇ ਵਿੱਚ। ਹੁਣ ਦੇਖੋ ਚੈਡਵਿਕ ਨੇ ਕਦੋਂ ਲੱਭਿਆ ਸੀਗਾ, ਇਰੇਜ਼ ਕਰ ਲਾਂ ਪਹਿਲਾਂ ਮੈਂ। ਚੈਡਵਿਕ ਨੇ 1932 ਦੇ ਵਿੱਚ ਫਾਈਂਡ ਕਿਹਨੂੰ ਕੀਤਾ ਸੀ, ਨਿਊਟਰੋਨ ਨੂੰ। ਉਸ ਤੋਂ ਬਾਅਦ ਕੀ ਹੈ, ਈ ਰੈਥਰਫੋਰਡ ਸੀਗਾ। ਸਰ ਪੁੱਠਾ ਕਿਉਂ ਲਿਖੀ ਜਾਂਦੇ ਆ, ਸਮਝਾਈ ਤਾਂ ਤੁਸੀਂ ਦੂਜੇ ਜਾਂਦੇ ਸੀਗੇ, ਦੱਸਦਾ ਕਿਉਂ ਪੁੱਠਾ ਲਿਖੀ ਜਾਂਦਾ। ਈ ਰੈਥਰਫੋਰਡ ਨੇ ਕਦੋਂ, 1909 ਦੇ ਵਿੱਚ ਕਿਹਨੂੰ ਫਾਈਂਡ ਕੀਤਾ ਸੀਗਾ, ਉਹ ਫਾਈਂਡ ਕੀਤਾ ਸੀਗਾ ਪ੍ਰੋਟੋਨ ਨੂੰ। ਹੁਣ ਉਸ ਤੋਂ ਬਾਅਦ ਕੀ ਹੈ, ਜੇ ਥੌਮਸਨ ਨੇ ਕਿਹਨੂੰ ਫਾਈਂਡ ਕੀਤਾ ਸੀ, ਜੋਸਫ ਜੌਨ ਥੌਮਸਨ ਨੇ। ਜੌਨ ਥੌਮਸਨ ਵੀ ਲਿਖਿਆ ਹੋ ਸਕਦਾ ਇਕੱਲਾ, ਤਾਂ ਹੀ ਮੈਂ ਪੂਰੇ ਨਾਮ ਲਿਖੇ ਆ। ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ, ਬਸ ਉੱਤੋਂ ਕਰਾ ਕੇ ਕਹਿਣਗੇ ਲਓ ਜੀ ਹੋ ਗਿਆ ਸਾਰਾ ਕੁਝ। 1897 ਚ ਕੀ ਕੀਤਾ ਸੀਗਾ ਆਪਣੇ ਕੋਲੇ, ਇਲੈਕਟ੍ਰੋਨ। ਇੰਨੇ ਚੀਜ਼ਾਂ ਮੇਨ ਹੈ ਨਾ ਐਟਮ ਦੀਆਂ, ਸਬ ਪਾਰਟੀਕਲ ਕਹਿੰਦੇ ਇਹਨਾਂ ਨੂੰ। ਹੁਣ ਦੇਖੋ ਜਿਹੜਾ ਚੈਡਵਿਕ ਸੀਗਾ ਉਹ ਸੀਗਾ ਰਥਰਫੋਰਡ ਦਾ ਸਟੂਡੈਂਟ, ਜਿਹੜਾ ਰਥਰਫੋਰਡ ਸੀਗਾ ਉਹ ਸੀ ਥੌਮਸਨ ਦਾ ਸਟੂਡੈਂਟ। ਇਹ ਰਿਲੇਸ਼ਨ ਕਿਸੇ ਨੇ ਨਹੀਂ ਤੁਹਾਨੂੰ ਦੱਸਿਆ ਹੋਣਾ ਕਦੇ ਵੀ। ਠੀਕ ਹੈ, ਜਿਹੜਾ ਚੈਡਵਿਕ ਸੀਗਾ ਉਹ ਸਟੂਡੈਂਟ ਕਿੰਦਾ ਸੀਗਾ, ਰਥਰਫੋਰਡ ਦਾ। ਰਥਰਫੋਰਡ ਸਟੂਡੈਂਟ ਕਿੰਦਾ ਸੀ, ਥੌਮਸਨ ਦਾ ਸਟੂਡੈਂਟ ਸੀਗਾ। ਤਾਂ ਹੀ ਇਹ ਮੈਂ ਲਿਖਿਆ ਕਿ ਸਭ ਤੋਂ ਪਹਿਲਾਂ 1897 ਚ ਥੌਮਸਨ ਨੇ ਲੱਭਿਆ ਸੀ ਇਲੈਕਟ੍ਰੋਨ ਨੂੰ, ਰਥਰਫੋਰਡ ਨੇ ਲੱਭਿਆ ਸੀ ਪ੍ਰੋਟੋਨ ਨੂੰ 1909 ਚ, ਤੇ ਚੈਡਵਿਕ ਨੇ ਲੱਭਿਆ ਸੀਗਾ ਆਪਣਾ ਨਿਊਟਰੋਨ ਨੂੰ। ਠੀਕ ਹੈ, 1932 ਦੇ ਵਿੱਚ। ਕਨਸੈਪਟ ਕਲੀਅਰ ਹੋ ਗਿਆ। ਕੱਲ ਇੱਕ ਲਾਸਟ ਹੀ ਮੰਨ ਕੇ ਚੱਲੋ ਤੁਹਾਨੂੰ ਕਰਾਉਂਗਾ, ਮੈਂ ਕੋਸ਼ਿਸ਼ ਕਰੂੰਗਾ ਕਿ ਕੱਲ ਲੈਕਚਰ 'ਚ ਪੂਰਾ ਕਰਦਾ, ਪਰ ਮੇਰਾ ਇਹ ਹੁੰਦਾ ਕਿ ਮੈਂ ਕਹਿ ਲਓ ਖਿਚੜੀ ਬਣਾਉਣ ਨਾਲੋਂ ਤੁਹਾਨੂੰ ਦੇਸੀ ਘਿਓ ਦੇਣ ਦੇ ਵਿੱਚ ਜ਼ਿਆਦਾ ਆਪਣਾ ਬਿਲੀਵ ਰੱਖਦਾ, ਤਾਂ ਇਸ ਲਈ ਲੈਕਚਰ ਜ਼ਿਆਦਾ ਲੰਬੇ ਵੀ ਹੋ ਜਾਂਦੇ ਆ, ਜ਼ਿਆਦਾ ਇਹਨਾਂ ਵਿੱਚ ਕਈ ਵਾਰੀ ਮਟੀਰੀਅਲ ਵੀ ਘੱਟ ਜਾਂਦਾ, ਪਰ ਮੈਂ ਕੋਸ਼ਿਸ਼ ਕਰਦਾ ਕਿ ਸਮਝਾ ਚੰਗੀ ਤਰ੍ਹਾਂ ਦੇਵਾਂ। ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਜੇ ਪਸੰਦ ਆਇਆ ਹੋਵੇ ਤੁਹਾਨੂੰ ਪਤਾ ਹੀ ਹੈ ਕੀ ਕਰਨਾ, ਤਾਂ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ। ਜੇ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰਕੇ ਪੁੱਛ ਲਿਓ, ਜੇ ਲੱਗੇ ਕਿ ਨਹੀਂ ਸਮਝ ਆ ਰਹੀ ਤਾਂ ਵੀ ਕਮੈਂਟ ਕਰ ਲਿਓ, ਜੇ ਲੱਗੇ ਸਮਝ ਆ ਰਹੀ ਹੈ ਤਾਂ ਵੀ ਕਮੈਂਟ ਕਰ ਦਿਓ। ਚਲੋ ਮਿਲਦੇ ਆ ਫਿਰ।